आप लिहो तुम कथा सुधारी। सतनाम श्री वाहिगुरु साहिब जीओ। दोहरा मत मोटी बड़ दुष्ट की, चल आयो गुर पासो। हृदय रोष खदयोत जिम, समता चह सपतासो। वाहिगुरु जी का खालसा वाहिगुरु जी की फतेह। गुरु महाराज ਦੀ ਸਾਜੀ ਨਵਾਜੀ ਸਾਧ ਸੰਗਤ ਜੀ, ਸਤਿਗੁਰਾਂ ਦੀ ਪਾਵਨ ਹਜ਼ੂਰੀ 'ਚ ਸੰਧਿਆ ਦੇ ਦੀਵਾਨ ਸਜੇ ਹਨ। ਆਪ ਜੀ ਨੇ ਸੋਧਾ ਰਹਿ ਰਾਜ ਸਾਹਿਬ ਜੀ ਦੇ ਪਾਠ ਔਰ ਭਾਈ ਸਾਹਿਬ ਰਿਆਮ ਸਿੰਘ ਜੀ ਦੇ ਜਥੇ ਪਾਸੋਂ ਆਰਤੀ ਆਰਤੀ ਦੇ ਕੀਰਤਨ ਦਾ ਆਨੰਦ ਮਾਣਿਆ ਹੈ। ਸਤਿਗੁਰੂ ਜੀ ਦੀ ਪਾਵਨ ਕਥਾ ਛੇਵੇਂ ਪਾਤਸ਼ਾਹ ਮਹਾਰਾਜ ਦੀ ਜੋ ਚੱਲ ਰਹੀ ਹੈ। ਸਤਿਗੁਰੂ ਪਹਿਲਾਂ ਜੰਗ ਕਰਕੇ ਝਬਾਲ ਤੋਂ ਆਪਣੀ ਬੇਟੀ ਬੀਬੀ ਬੀਰੋ ਦਾ ਵਿਆਹ ਕਰਕੇ ਸ੍ਰੀ ਗੋਇੰਦਵਾਲ ਸਾਹਿਬ ਵੱਲੋਂ ਹੋ ਕੇ ਕਰਤਾਰਪੁਰ ਆ ਬਿਰਾਜੇ ਸਨ ਔਰ ਕਾਫੀ ਸਮਾਂ ਸ੍ਰੀ ਕਰਤਾਰਪੁਰ ਸਾਹਿਬ ਦੀ ਧਰਤੀ ਨੂੰ ਭਾਗ ਲਾਏ। ਇੱਥੋਂ ਮਹਾਰਾਜ ਚੱਲ ਕੇ ਰੋਹੇਲਾ ਪਿੰਡ ਦਰਿਆ ਬਿਆਸਾ ਦੇ ਕਿਨਾਰੇ ਚੁਮਾਸਾ ਕੱਟਣ ਵਾਸਤੇ ਜਾ ਠਹਿਰੇ ਹਨ। ਇਹ ਸਾਧ ਸੰਗਤ ਜੀ ਦਰਿਆ ਬਿਆਸਾ ਦਾ ਕਿਨਾਰਾ, ਜਿੱਥੇ ਬਹੁਤ ਜ਼ਿਆਦਾ ਸ਼ਿਕਾਰ ਖੇਡਣ ਵਾਸਤੇ ਵੱਡੀ ਸ਼ਿਕਾਰਗਾਹ ਸੀ, ਰੋਹੇਲਾ ਪਿੰਡ ਉੱਥੇ ਵਸਿਆ ਹੋਇਆ ਸੀ। ਅਤੇ ਅੱਜ ਕੱਲ੍ਹ ਇਸੇ ਜਗ੍ਹਾ ਨੂੰ ਸ੍ਰੀ ਹਰਗੋਬਿੰਦਪੁਰਾ ਕਹਿੰਦੇ ਆ। ਇਹ ਗੁਰੂ ਸਾਹਿਬ ਦੇ ਨਾਮ 'ਤੇ ਗੁਰੂ ਸਾਹਿਬ ਜੀ ਬਾਬਾ ਬੁੱਢਾ ਜੀ ਦਾ ਹੁਕਮ ਹੋਇਆ ਵੀ ਇਹ ਨਗਰ ਤੁਹਾਡੇ ਨਾਂ 'ਤੇ ਗੁਰੂ ਸਾਹਿਬ ਜੀ ਵਸਾਉਣਾ ਹੈ। ਅਤੇ ਬਾਬਾ ਜੀ ਨੇ ਪਿੰਡ ਦਾ ਨਾਮ ਰੋਹੇਲੇ ਤੋਂ ਸ੍ਰੀ ਹਰਗੋਬਿੰਦਪੁਰ ਸਾਹਿਬ ਇਹ ਰੱਖ ਦਿੱਤਾ ਸੀ। ਸੋ ਸਾਧ ਸੰਗਤ ਜੀ ਇੱਥੇ ਮਹਾਰਾਜ ਜਾ ਪਹੁੰਚੇ। ਇੱਥੋਂ ਦਾ ਇੱਕ ਮਾਲ ਗੁਜ਼ਾਰ ਸੀਗਾ ਭਗਵਾਨ ਦਾਸ ਘੇਰੜ। ਇਹ ਭਗਵਾਨ ਦਾਸ ਘੇਰੜ ਚੰਦੂ ਦਾ ਕੁੜਮ ਲੱਗਦਾ ਸੀ ਅਤੇ ਬੜਾ ਹੰਕਾਰੀ, ਮਾਇਆਧਾਰੀ, ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ। ਮਾਇਆ ਦੇ ਨਸ਼ੇ 'ਚ ਚੂਰ ਹੋਇਆ, ਨਾ ਕਦੀ ਬਾਣੀ ਸੁਣੀ, ਨਾ ਕਥਾ ਸੁਣੀ, ਨਾ ਕੀਰਤਨ ਸੁਣਿਆ, ਸੁਪਨੇ 'ਚ ਵੀ ਸਤ ਸੰਗਤ ਕੀਤੀ ਨਹੀਂ। ਸਾਰਾ ਜੀਵਨ ਵਿਸ਼ੇ ਵਿਕਾਰੀ ਲੋਕਾਂ ਨਾਲ ਬਿਤਾਇਆ ਸੀ, ਮਾਇਆਧਾਰੀ ਸੀ। ਬੜੇ ਹੰਕਾਰ ਵਿੱਚ ਆ ਕੇ ਗੁਰੂ ਸਾਹਿਬ ਜੀ ਨੂੰ ਕਹਿਣ ਲੱਗਾ, ਤੁਸੀਂ ਕਿਵੇਂ ਇੱਥੇ ਆ ਗਏ? ਇਹ ਜਗ੍ਹਾ ਸਾਡੀ ਹੈ, ਤੁਸੀਂ ਇੱਥੇ ਕਿਵੇਂ ਬਹਿ ਗਏ? ਮਹਾਰਾਜ ਕੀ ਜਵਾਬ ਦਿੰਦੇ ਨੇ? ਇਹਨਾਂ ਦੀ ਵਾਰਤਾਲਾਪ ਕਿਵੇਂ ਹੋਈ ਹੈ? ਮਹਾਂਕਵੀ ਕਵੀਰਾਜ ਭਾਈ ਸੰਤੋਖ ਸਿੰਘ ਸਾਹਿਬ ਜੀ ਲਿਖ ਰਹੇ ਨੇ, ਸੁਰਤੀ ਬਿਰਤੀ ਨੂੰ ਦਰਿਆ ਬਿਆਸਾ ਦੇ ਕਿਨਾਰੇ 'ਤੇ ਰਿਆੜਕੀ ਦੇ ਇਲਾਕੇ ਵਿੱਚ ਸ੍ਰੀ ਹਰਗੋਬਿੰਦਪੁਰ ਸਾਹਿਬ ਲੈ ਚੱਲੀਏ। ਛੇਵੇਂ ਪਾਤਸ਼ਾਹ ਦੇ ਦਰਬਾਰ ਵਿੱਚ ਭਗਵਾਨ ਦਾਸ ਘੇਰੜ ਕਿਸ ਤਰ੍ਹਾਂ ਬੋਲਿਆ ਅਤੇ ਉਹਨੂੰ ਉਹਦੀ ਕਰਨੀ ਦਾ ਫਲ ਕਿਵੇਂ ਮਿਲਿਆ, ਅੱਜ ਆਪਾਂ ਸਰਵਣ ਕਰੀਏ। ਪ੍ਰੇਮ ਨਾਲ ਸਾਰੀ ਸੰਗਤ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਮਤ ਮੋਟੀ ਬੜ ਦੁਸ਼ਟ ਕੀ, ਇਸ ਦੁਸ਼ਟ ਭਗਵਾਨ ਦਾਸ ਘੇਰੜ ਦੀ ਮੋਟੀ ਮੱਤ ਸੀ, ਖੋਟੀ ਬੁੱਧੀ ਸੀ। ਚਲ ਆਇਓ ਗੁਰ ਪਾਸ, ਹੰਕਾਰ ਦੇ ਨਾਲ ਮਸਤਿਆ ਹੋਇਆ ਭਗਵਾਨ ਦਾਸ ਘੇਰੜ ਸਤਿਗੁਰੂ ਜੀ ਦੇ ਕੋਲ ਆ ਗਿਆ। ਹਿਰਦੇ ਰੋਸ ਖਦਯੋਤ ਜਿਮ, ਜਿਵੇਂ ਸਾਧ ਸੰਗਤ ਜੀ ਖਦਯੋਤ ਜੁਗਨੂ ਨੂੰ, ਟਟਹਿਣੇ ਨੂੰ ਕਹਿੰਦੇ ਆ, ਜਿਹੜਾ ਰਾਤ ਨੂੰ ਮਾੜਾ ਮਾੜਾ ਉਹ ਚਮਕ ਮਾਰਦਾ ਹੈ, ਜਗਦਾ ਹੈ। ਬਸ ਉਸ ਤਰ੍ਹਾਂ ਦਾ ਸਮਝ ਲਓ ਇਹ ਭਗਵਾਨ ਦਾਸ ਗੁੱਸਾ ਕਰ ਰਿਹਾ ਹੈ। ਸਮਤਾ ਚਹ ਸਪਤਾਸ, ਜਿਵੇਂ ਜੁਗਨੂ ਸੂਰਜ ਦੀ ਬਰਾਬਰੀ ਕਰਨੀ ਚਾਹੇ ਅਤੇ ਜੁਗਨੂ ਵਿਚਾਰੇ ਇੰਨੀ ਰੋਸ਼ਨੀ ਥੋੜ੍ਹਾ ਵੀ ਉਹ ਸੂਰਜ ਦੀ ਬਰਾਬਰੀ ਕਰ ਲੈ। ਮਹਾਰਾਜ ਛੇਵੇਂ ਪਾਤਸ਼ਾਹ ਵੀਰ ਰਸ ਦੇ ਅਵਤਾਰ, ਮਹਾਬਲੀ ਯੋਧੇ, ਗਿਆਨ ਦਾ ਸੂਰਜ, ਅਤੇ ਭਗਵਾਨ ਦਾਸ ਉਹਨਾਂ ਦੇ ਸਾਹਮਣੇ ਜੁਗਨੂ ਹੈ। ਪਰ ਜਿਵੇਂ ਜੁਗਨੂ ਗੁੱਸਾ ਕਰਕੇ ਸੂਰਜ ਦੀ ਬਰਾਬਰੀ ਕਰਨੀ ਚਾਹੁੰਦਾ ਹੋਵੇ, ਇਉਂ ਭਗਵਾਨ ਦਾਸ ਗੁਰੂ ਸਾਹਿਬ ਦੀ ਬਰਾਬਰੀ ਕਰਨ ਲਈ ਆ ਗਿਆ। ਚੌਪਈ ਬੈਠਿਓ ਨਿਕਟ ਨਾ ਬੰਧਨ ਠਾਨੀ, ਮਹਾਰਾਜ ਦੇ ਕੋਲ ਆ ਕੇ ਨਾ ਦਰਬਾਰ 'ਚ ਮੱਥਾ ਨਹੀਂ ਟੇਕਿਆ। ਰਾਮ ਸਲਾਮ ਕੋਈ ਜਿਵੇਂ ਗੁਰੂਆਂ ਪੀਰਾਂ ਨੂੰ ਸਤਿਕਾਰ ਕਰੀਦਾ, ਉਹਨੇ ਨਹੀਂ ਕੀਤਾ। ਬੜਾ ਆਕੜ ਦੇ ਨਾਲ ਆਪਣੀ ਗੋਗੜ ਜੀ ਵਧਾਈ ਹੋਈ ਅੱਗੇ ਨੂੰ, ਅਤੇ ਐਨ ਤੁਰਦਾ ਹੋਇਆ ਆਕੜ ਕੇ ਮਹਾਰਾਜ ਦੇ ਕੋਲ ਆ ਕੇ ਬਹਿ ਗਿਆ।
ਮੱਥਾ ਨਹੀਂ ਟੇਕਿਆ, ਸਤਿਗੁਰੂ ਜੀ ਨੂੰ ਨਮਸਕਾਰ ਵੀ ਨਹੀਂ ਕੀਤੀ। ਸਮ ਗਵਾਰ ਬੋਲਿਓ ਮੁਖ ਬਾਣੀ। ਤੇ ਜਿਵੇਂ ਗਵਾਰ ਅਨਪੜ੍ਹ ਬੰਦੇ ਬੋਲਦੇ, ਮੂਰਖ ਬੰਦੇ, ਅਨਪੜ੍ਹ ਬੰਦੇ ਜਿਹੜੇ ਪਸ਼ੂ ਚਾਰਨ ਵਾਲੇ ਗਵਾਰ ਹੁੰਦੇ ਨਾ, ਉਹ ਵੀ ਅਜੇ ਵਿਚਾਰੇ ਅਕਲ ਨਾਲ ਬੋਲ ਲੈਂਦੇ। ਮਾਇਆਧਾਰੀ ਨੂੰ ਓਨੀ ਵੀ ਅਕਲ ਨਹੀਂ ਹੁੰਦੀ ਸਾਧ ਸੰਗਤ ਜੀ, ਉਹ ਇਹਨਾਂ ਗਵਾਰਾਂ ਦੀ ਤਰ੍ਹਾਂ ਬੋਲਿਆ ਹੈ। ਕਹੋ ਭਾਈ ਅਰਜਨ ਕੇ ਨੰਦ। ਤੇ ਮਹਾਰਾਜ ਨੂੰ ਕਹਿੰਦਾ, ਕਹੋ ਭਾਈ ਅਰਜਨ ਕੇ ਨੰਦ। ਹੇ ਅਰਜਨ ਦੇ ਪੁੱਤਰ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਵੀ ਅੱਧਾ ਨਾਂ ਲਿਆ ਤੇ ਗੁਰੂ ਸਾਹਿਬ ਨੂੰ ਵੀ ਉਹ ਭਾਈ ਕਰਕੇ ਬੁਲਾਇਆ। ਇਹ ਨਹੀਂ ਵੀ ਗੁਰੂ ਸਾਹਿਬ ਜੀ, ਬਾਬਾ ਜੀ, ਸੰਤ ਜੀ, ਮਹਾਰਾਜ ਜੀ ਕੁਛ ਤਾਂ ਕਹਿੰਦਾ ਨਾ। ਹਾਂ ਬਈ ਅਰਜਨ ਦੇ ਪੁੱਤਰ ਸੁਣਾ। ਇਉਂ ਬੜਾ ਬੇਅਦਬੀ ਨਾਲ ਸੱਚੇ ਪਾਤਸ਼ਾਹ ਨੂੰ ਪੇਸ਼ ਆਇਆ, ਬੋਲਿਆ ਬੜਾ ਰੁੱਖਾ। ਹਾਂਜੀ, ਕਿਆ ਕੀਨਸ ਉਤਪਾਤ ਬਿਲੰਦ। ਕਹਿਣ ਲੱਗਾ, ਇਹ ਕੀ ਉਤਪਾਤ ਫੜਿਆ, ਇਹ ਤੂੰ ਕੀ ਕਰ ਰਿਹਾ? ਇਹ ਸਾਡੇ ਪਿੰਡ 'ਚ ਆ ਕੇ ਤੂੰ ਕਿਹੜਾ ਝੇੜਾ ਛੇੜ ਲਿਆ ਹੈ? ਇਸ ਭੂਮੀ ਕੋ ਮਾਲਿਕ ਕੋਈ। ਇਸ ਜ਼ਮੀਨ ਦਾ ਕੋਈ ਮਾਲਕ ਹੈ? ਪਤਾ ਤੈਨੂੰ ਕੌਣ ਹੈ ਜਿਹੜੀ ਜ਼ਮੀਨ ਤੇ ਆ ਕੇ ਕਬਜ਼ਾ ਕਰ ਲਿਆ ਹੈ? ਇੱਥੇ ਆ ਕੇ ਛਾਉਣੀ ਪਾਤੀ ਹੈ, ਘੋੜੇ ਬੰਨ੍ਹ ਦਿੱਤੇ ਹੈ, ਤੇ ਇਹ ਜਿਹੜੀ ਜਗ੍ਹਾ ਹੈ ਇਹ ਪਤਾ ਤੈਨੂੰ ਕਿਹਦੀ ਹੈ? ਹਾਂਜੀ, ਹੈ ਕਿ ਨਹੀਂ ਜਨ ਹੈ ਕਹੋ ਸੋਈ। ਇਸ ਜ਼ਮੀਨ ਦਾ ਕੋਈ ਮਾਲਕ ਹੈ ਕਿ ਕੋਈ ਨਹੀਂ? ਕੋਈ ਵਾਲੀ ਵਾਰਸ ਹੈ ਕਿ ਕੋਈ ਨਹੀਂ? ਤੂੰ ਆਏ ਬਿਨਾਂ ਪੁੱਛਿਆ ਹੀ ਇੱਥੇ ਆ ਕੇ ਘੋੜੇ ਬੰਨ੍ਹ ਤੇ, ਤੰਬੂ ਲਾ ਤੇ, ਨਿਸ਼ਾਨ ਗੱਡ ਤੇ, ਲੰਗਰ ਪੱਕਣ ਲੱਗ ਪਏ, ਤੇ ਇਹ ਤੁਸੀਂ ਇੱਥੇ ਡੇਰਾ ਲਾ ਲਿਆ ਆ ਕੇ। ਇਹ ਕਿਸੇ ਦੀ ਜ਼ਮੀਨ ਹੈ, ਇਹਦਾ ਕੋਈ ਵਾਲੀ ਵਾਰਸ ਹੈ, ਇਹਦਾ ਕੋਈ ਮਾਲਕ ਹੈ, ਉਹਨੂੰ ਪੁੱਛਣਾ ਚਾਹੀਦਾ, ਫਿਰ ਬੈਠੀ ਦਾ ਹੁੰਦਾ। ਹਾਂਜੀ, ਕਿਸ ਕੋ ਤੈਂ ਬੂਝਨ ਕਰ ਲੀਨ। ਤੂੰ ਕਿਹਦੇ ਕੋਲੋਂ ਪੁੱਛਿਆ? ਤੈਂ ਕਰਕੇ, ਤੂੰ ਕਰਕੇ ਬੋਲਦਾ ਗੁਰੂ ਸਾਹਿਬ ਨੂੰ। ਕਹਿੰਦਾ ਤੂੰ ਕਿਹਦੇ ਕੋਲੋਂ ਪੁੱਛ ਕੇ ਬੈਠਾ ਸਾਡੀ ਜ਼ਮੀਨ ਤੇ? ਹਾਂਜੀ, ਖਰਚਿਓ ਕਹਾਂ ਮੋਲ ਕਿਸ ਦੀਨ। ਤੂੰ ਇਹਦੇ ਪੈਸੇ ਖਰਚੇ ਨੇ? ਤੂੰ ਇਹਦਾ ਮੁੱਲ ਤਾਰਿਆ? ਜਿਹੜੀ ਜ਼ਮੀਨ ਤੇ ਤੂੰ ਆ ਕੇ ਬਹਿ ਗਿਆ, ਇਸ ਮੁੱਲ ਜ਼ਮੀਨ ਦਾ ਮੁੱਲ ਕੋਈ ਤਾਰ ਦੇ, ਕੋਈ ਰਜਿਸਟਰੀ ਕਰਵਾ, ਤੂੰ ਆਪਣੇ ਨਾਂ ਤੇ ਕੋਈ ਪਟਾ ਕਰਾ, ਫਿਰ ਜ਼ਮੀਨ ਦਾ ਮਾਲਕ ਬਣ ਤੇ ਬੈਠੇ, ਤੇ ਫਿਰ ਤੇ ਅਸੀਂ ਕਹੀਏ ਨਾ ਕੁਛ। ਪਰ ਤੂੰ ਨਾ ਕਿਸੇ ਨੂੰ ਪੁੱਛਿਆ ਨਾ ਗਿੱਛਿਆ, ਆ ਕੇ ਇੱਥੇ ਝੰਡੇ ਗੱਡ ਦਿੱਤੇ ਹੈ। ਇਹ ਜ਼ਮੀਨ ਦਾ ਕੋਈ ਵਾਲੀ ਵਾਰਸ ਹੈ ਕਿ ਨਹੀਂ ਕੋਈ? ਹਾਂਜੀ, ਸ਼੍ਰੀ ਮੁਖ ਤੇ ਹੱਸ ਕਰ ਫਰਮਾਇਓ। ਮਹਾਰਾਜ ਸੱਚੇ ਪਾਤਸ਼ਾਹ ਮੁਸਕਰਾ ਕੇ ਹੱਸ ਕੇ ਬੋਲੇ, ਗੁਰੂ ਹਰਗੋਬਿੰਦ ਸਾਹਿਬ ਜੀ, ਦੁਸ਼ਟਨ ਸਿਰ ਉਤਪਾਤ ਉਠਾਇਓ। ਮਹਾਰਾਜ ਕਹਿੰਦੇ ਉਤਪਾਤ ਬਾਰੇ ਪੁੱਛਦਾ ਵੀ ਕਿਉਂ ਉਤਪਾਤ, ਕਿਉਂ ਝੇੜਾ ਛੇੜਿਆ? ਦੁਸ਼ਟਾਂ ਨੂੰ ਸੋਧਣ ਵਾਸਤੇ ਛੇੜਿਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਦੁਸ਼ਟਾਂ ਦੇ ਸਿਰ ਤੇ ਜੁੱਤੀ ਫੇਰਨੀ ਹੈ, ਉਹਦੇ ਲਈ ਛੇੜਿਆ ਝਗੜਾ। ਹਾਂਜੀ, ਕਰਤਾ ਪੁਰਖ ਭੂਮ ਕੋ ਮਾਲਿਕ। ਤੇ ਦੂਜੀ ਗੱਲ, ਜ਼ਮੀਨ ਦਾ ਮਾਲਕ ਕੌਣ ਹੈ? ਜ਼ਮੀਨ ਦਾ ਮਾਲਕ ਕਰਤਾ ਪੁਰਖ ਵਾਹਿਗੁਰੂ ਹੈ। ਇਹ ਜ਼ਮੀਨ ਸਾਰੀ ਉਹਦੀ ਹੈ, ਸਾਰਾ ਸੰਸਾਰ, ਇਹ ਸ੍ਰਿਸ਼ਟੀ ਕਿਸੇ ਬੰਦੇ ਦੀ ਨਹੀਂ। ਜ਼ਮੀਨ ਨਹੀਂ ਕਦੀ ਕਿਸੇ ਦੀ ਬਣੀ। ਕਹਿੰਦੇ ਮੇਰੀ ਜ਼ਮੀਨ ਹੈ, ਮੇਰੀ ਜ਼ਮੀਨ ਹੈ, ਪਤਾ ਨਹੀਂ ਕਿੰਨੇ ਕੁ ਬੰਦੇ ਹਲ ਵਾਹ ਕੇ ਚਲੇ ਜਾਂਦੇ, ਕਿੰਨੇ ਬੰਦੇ ਉੱਥੇ ਘਰ ਪਾ ਕੇ ਢਾਹ ਕੇ ਚਲੇ ਜਾਂਦੇ। ਜ਼ਮੀਨ ਤੇ ਉੱਥੇ ਰਹਿੰਦੀ ਲੱਖਾਂ ਸਾਲ ਹੋ ਗਏ। ਮਾਲਕ ਉਹੀ ਹੈ, ਸਾਰੀ ਧਰਤੀ ਦਾ ਮਾਲਕ ਵਾਹਿਗੁਰੂ ਹੈ। ਹਾਂਜੀ, ਅਪਰ ਕਿਸੂ ਕੋ ਕਿਆ ਹੈ ਤਾਲਕ। ਮਹਾਰਾਜ ਕਹਿੰਦੇ ਫਿਰ ਉਹ ਕਿਹਦੇ ਕੋਲੋਂ ਪੁੱਛੀਏ? ਜੇ ਮਾਲਕ ਉਹ ਹੈ ਤੇ ਅਸੀਂ ਤੁਹਾਡੇ ਕੋਲੋਂ ਕਿਉਂ ਪੁੱਛੀਏ ਵੀ ਇੱਥੇ ਬੈਠਣਾ ਕਿ ਨਹੀਂ ਬੈਠਣਾ? ਤੂੰ ਕਿਹੜਾ ਮਾਲਕ ਹੈ ਧਰਤੀ ਦਾ? ਮਹਾਰਾਜ ਕਹਿੰਦੇ ਮਾਲਕ ਤਾਂ ਕਰਤਾਰ ਹੈ, ਵਾਹਿਗੁਰੂ ਹੈ। ਜੇ ਸਾਰਾ ਕੁਝ ਉਹਦਾ ਹੈ ਤੇ ਫਿਰ ਅਸੀਂ ਕਿਸੇ ਹੋਰ ਕੋਲੋਂ ਕਿਉਂ ਪੁੱਛੀਏ? ਹੋਰ ਕਿਸੇ ਦਾ ਕੀ ਵਿੱਚ ਤਾਲਕ ਹੈ? ਕਿਆ ਉਹਦਾ ਕਿਸੇ ਦੂਸਰੇ ਦਾ ਵਿੱਚ ਕੋਈ ਮਸਲਾ? ਜ਼ਮੀਨ ਤਾਂ ਵਾਹਿਗੁਰੂ ਦੀ ਹੈ। ਸੋ ਪਰਮੇਸ਼ਰ ਬੂਝਨ ਕਰਿਓ। ਅਸੀਂ ਉਹਨੂੰ ਪੁੱਛ ਲਿਆ, ਅਕਾਲ ਪੁਰਖ ਨੂੰ ਪੁੱਛ ਕੇ ਬੈਠੇ ਹਾਂ। ਉਹਨੂੰ ਪੁੱਛਿਆ, ਮਾਲਕ ਹੈ, ਉਹਨੂੰ ਪੁੱਛਿਆ ਵੀ ਇੱਥੇ ਬਹਿ ਜਾਈਏ, ਉਹ ਕਹਿੰਦਾ ਬਹਿ ਜਾਓ। ਅਸੀਂ ਬਹਿ ਗਏ ਹਾਂ। ਅਸੀਂ ਹੋਰ ਕਿਸੇ ਤੋਂ ਨਹੀਂ ਪੁੱਛਦੇ ਹੁੰਦੇ, ਅਸੀਂ ਅਕਾਲ ਪੁਰਖ ਨੂੰ ਹੀ ਪੁੱਛਦੇ ਹਾਂ। ਪੁਰਖੋ ਰਚਨ ਮਨੋਰਥ ਧਰਿਓ। ਤੇ ਉਹਦੇ ਹੁਕਮ ਨਾਲ ਅਸੀਂ ਇੱਥੇ ਸ਼ਹਿਰ ਵਸਾਉਣਾ, ਇੱਥੇ ਪਿੰਡ ਵਸਾਉਣਾ, ਨਗਰ ਵਸਾਉਣਾ। ਉਹਦੀ ਆਗਿਆ ਨਾਲ ਬੈਠੇ ਹਾਂ, ਉਹਦੇ ਹੁਕਮ ਨਾਲ ਬੈਠੇ ਹਾਂ। ਅਸੀਂ ਹਰ ਚਰਨਨ ਰਚ ਮਹਿ ਚਿਤ ਪਰਚਿਓ। ਸਾਡਾ ਮਨ ਉਹਦੇ ਚਰਨਾਂ 'ਚ ਜੁੜਿਆ ਹੋਇਆ, ਉਹਦੇ ਰੰਗ 'ਚ ਰੰਗੇ ਹੋਏ ਆ। ਉਹਦੀ ਭਗਤੀ ਦਾ ਸਾਨੂੰ ਰੰਗ ਚੜਿਆ ਹੋਇਆ। ਸਾਨੂੰ ਇਹਨਾਂ ਲੋਕਾਂ ਦੀ, ਦੁਨਿਆਵੀ ਲੋਕਾਂ ਦੀ ਪੁੱਛ-ਗਿੱਛ ਕਰਨੀ ਕੋਈ ਪਰਵਾਹ ਨਹੀਂ ਹੈ। ਸਭ ਹਿਤ ਇਹੀ ਮੋਲ ਹਮ ਖਰਚਿਓ। ਅਸੀਂ ਇਹੀ ਮੁੱਲ ਖਰਚਿਆ। ਤੂੰ ਕਿੱਥੇ ਕਿੰਨੇ ਕੁ ਪੈਸੇ ਖਰਚੇ ਜ਼ਮੀਨ ਦੇ? ਉਹ ਪੁੱਛਦਾ ਭਗਵਾਨ ਦਾਸ। ਮਹਾਰਾਜ ਕਹਿੰਦੇ ਅਸੀਂ ਖਰਚਿਆ,
ਅਸੀਂ ਉਹਦੇ ਨਾਲ ਜਿਹੜਾ ਪ੍ਰੇਮ ਪਾ ਲਿਆ, ਵਾਹਿਗੁਰੂ ਨਾਲ ਦੋਸਤੀ ਪਾ ਲਈ ਹੈ ਨਾ, ਇਹੀ ਮੁੱਲ ਹੈ। ਪ੍ਰੇਮ ਦਾ ਹੀ ਮੁੱਲ ਤਾਰਿਆ ਅਸੀਂ, ਹੋਰ ਅਸੀਂ ਪੈਸਿਆਂ ਦਾ ਮੁੱਲ ਨਹੀਂ ਤਾਰਿਆ। ਅਪਰ ਬੂਝਨੋ ਹਮ ਨਹਿ ਕੀਨੋ। ਹੋਰ ਅਸੀਂ ਨਾ ਪੁੱਛਿਆ ਤੇ ਨਾ ਕਿਸੇ ਤੋਂ ਪੁੱਛਣਾ। ਜਿਹਦੇ ਕੋਲੋਂ ਪੁੱਛਣਾ ਪੁੱਛ ਲਿਆ, ਹੋਰ ਜਣੇ ਖਣੇ ਨੂੰ ਪੁੱਛਦੇ ਫਿਰੀਏ ਅਸੀਂ। ਹਾਂਜੀ, ਮਹਾਰਾਜ ਰਾਜਾ ਪ੍ਰਭ ਚੀਨੋ। ਰਾਜਿਆਂ ਦਾ ਰਾਜਾ, ਕੋਈ ਹਰ ਸਮਾਨ ਨਹੀਂ ਰਾਜਾ। ਉਸ ਵਾਹਿਗੁਰੂ ਦੇ ਵਰਗਾ ਕੋਈ ਰਾਜਾ ਨਹੀਂ, ਕੋਈ ਮਹਾਰਾਜਾ ਨਹੀਂ। ਉਹ ਰਾਜਨ ਕੋ ਰਾਜਾ, ਮਹਾਰਾਜਨ ਕੋ ਮਹਾਰਾਜਾ, ਐਸੋ ਰਾਜ ਛੋੜ ਔਰ ਦੂਜਾ ਕੌਣ ਧਿਆਈ ਹੈ। ਉਸ ਰਾਜੇ ਨੂੰ ਛੱਡ ਕੇ ਕਿਸੇ ਹੋਰ ਰਾਜੇ ਨੂੰ ਪੁੱਛੀਏ, ਜਿਹੜੇ 4 ਦਿਨ ਦੇ ਇਹ ਭੂਪਤ ਸਭ ਦਿਵਸ 4 ਕੇ, ਇਹ ਰਾਜੇ ਦੇ 4 ਦਿਨ ਦੇ ਰਾਜੇ ਨੇ। ਅੱਜ ਇਹਨਾਂ ਦਾ ਰਾਜ ਹੈ, ਕੱਲ੍ਹ ਨੂੰ ਕਿਸੇ ਹੋਰ ਦਾ, ਪਰਸੋਂ ਕਿਸੇ ਹੋਰ ਦਾ। ਉਹਦਾ ਸਦਾ ਹੀ ਰਾਜ ਹੈ। ਜਿਹਦੀ ਧਰਤੀ ਹੈ, ਜਿਹਦਾ ਰਾਜ ਹੈ, ਅਸੀਂ ਉਹਨੂੰ ਪੁੱਛ ਲਿਆ ਤੇ ਅਸੀਂ ਹੋਰ ਕਿਸੇ ਐਰੇ ਗਹਿਰੇ ਨੱਥੂ ਖਹਿਰੇ ਨੂੰ ਨਹੀਂ ਪੁੱਛਦੇ ਹੁੰਦੇ। ਹਾਂਜੀ, ਸੁਨ ਘੇਰੜ ਬੋਲਿਓ ਮਤ ਕਾਚਾ। ਉਹ ਮਤ ਦਾ ਕੱਚਾ ਭਗਵਾਨ ਦਾਸ ਘੇਰੜ ਗੁਰੂ ਸਾਹਿਬ ਦੇ ਬਚਨ ਸੁਣ ਕੇ ਬੋਲਿਆ, ਨਿਸ਼ਚੈ ਬਨਿਓ ਭਗਤ ਤੂੰ ਸਾਚਾ। ਹਾਂ, ਕਹਿੰਦਾ ਮੈਨੂੰ ਪਤਾ ਤੂੰ ਬੜਾ ਭਗਤ ਬਣਿਆ ਫਿਰਿਆ। ਆਪਣੇ ਆਪ ਨੂੰ ਤੂੰ ਗੱਲਾਂ ਬਾਤਾਂ ਨਾਲ ਬੜਾ ਭਗਤ ਬਣਦਾ ਹੈ ਵੀ ਮੈਂ ਬੜਾ ਸੰਤ ਹਾਂ, ਮੈਂ ਬੜਾ ਬ੍ਰਹਮ ਗਿਆਨੀ ਹਾਂ, ਮੈਂ ਬੜਾ ਭਗਤ ਹਾਂ। ਗੱਲਾਂ ਬਾਤਾਂ ਨਾਲ ਤੇ ਤੂੰ ਭਗਤ ਬਣਿਆ ਹੋਇਆ, ਜਾਣਦਾ ਮੈਂ ਤੈਨੂੰ। ਹਾਂਜੀ, ਖੜਗ ਕਮਾਨ ਸ਼ਸਤਰ ਸਭ ਧਾਰੈ। ਇਹ ਭਗਤਾਂ ਦੇ ਕੰਮ ਨੇ। ਗਾਤਰੇ ਤਲਵਾਰਾਂ ਪਾਈਆਂ ਹੋਈਆਂ ਨੇ, ਬੰਦੂਕਾਂ ਫੜੀਆਂ ਨੇ, ਢਾਲਾਂ ਤਲਵਾਰਾਂ ਤੀਰ ਕਮਾਨ ਪਾਏ ਨੇ। ਭਗਤਾਂ ਨੂੰ ਇਦਾਂ ਦੇ ਕੰਮ ਚੰਗੇ ਲੱਗਦੇ। ਮੈਂ ਤਾਂ ਇਹੋ ਜਿਹਾ ਭਗਤ ਕੋਈ ਵੇਖਿਆ ਨਹੀਂ ਜਿਹਨੇ ਤਲਵਾਰ ਪਾਈ ਹੋਵੇ, ਤੀਰ ਕਮਾਨ ਪਹਿਨਿਆ ਹੋਵੇ, ਬੰਦੂਕਾਂ ਰੱਖਦਾ ਹੋਵੇ। ਮੈਂ ਤਾਂ ਭਗਤ ਵੇਖੇ ਮਾਲਾ ਫੇਰਦੇ, ਰਾਮ ਰਾਮ ਜਪਦੇ ਆ ਤੇ ਕਦੀ ਕਿਸੇ ਨਾਲ ਲੜਦੇ ਝਗੜਦੇ ਨਹੀਂ। ਉਹ ਭਗਤ ਹੁੰਦੇ ਆ। ਇਹ ਭਗਤਾਂ ਦੇ ਕਿੱਧਰ ਦੇ ਕੰਮ ਵੀ ਘੋੜੇ ਰੱਖਣੇ, ਸ਼ਸਤਰ ਰੱਖਣੇ, ਹਥਿਆਰ ਰੱਖਣੇ। ਚੰਗਾ ਤੂੰ ਭਗਤ ਬਣਿਆ ਹੋਇਆ। ਨਿਤ ਉਠ ਗਨ ਜੀਵਨ ਕੋ ਮਾਰੈ। ਰੋਜ਼ ਦੁਪਹਿਰ ਨੂੰ ਤੂੰ ਸ਼ਿਕਾਰ ਖੇਡਦਾ, ਰੋਜ਼ ਤੂੰ ਸੂਰਾਂ ਦਾ, ਸ਼ੇਰਾਂ ਦਾ, ਚੀਤਿਆਂ ਦਾ, ਬਘਿਆੜਾਂ ਦਾ, ਰਿੱਛਾਂ ਦਾ, ਹਿਰਨਾਂ ਦਾ ਸ਼ਿਕਾਰ ਖੇਡਦਾ, ਜੀਵਾਂ ਨੂੰ ਮਾਰਦਾ। ਇਹ ਭਲਾ ਗੁਰੂਆਂ ਦੇ ਕੰਮ ਹੁੰਦੇ ਜਿਹੜੇ ਤੂੰ ਕਰਦਾ। ਹਾਂਜੀ, ਕਈ ਹਜ਼ਾਰ ਸੈਨ ਜੋ ਆਈ। ਕਈ ਹਜ਼ਾਰ ਬਾਦਸ਼ਾਹ ਦੀ ਫੌਜ ਆਈ ਸੀ। 3 ਪਹਿਰ ਮਹਿ ਧੂੜ ਮਿਲਾਈ। ਤੂੰ 3 ਪਹਿਰਾਂ 'ਚ ਮਾਰ ਕੇ ਮੁਕਾ ਦਿੱਤੀ, 7000 ਬੰਦਾ ਮਾਰ ਕੇ ਮੁਕਾ ਦਿੱਤਾ। ਤੂੰ ਕਿੱਧਰ ਦਾ ਭਗਤ ਹੈ। ਭਗਵਾਨ ਦਾਸ ਘੇਰੜ ਅੰਮ੍ਰਿਤਸਰ ਦੀ ਲੜਾਈ ਵੱਲ ਜ਼ਿਕਰ ਕਰ। ਜਿਹੜਾ ਅੰਮ੍ਰਿਤਸਰ ਜੰਗ ਹੋਇਆ ਉਹ 'ਚ ਗੁਰੂ ਸਾਹਿਬ ਨੇ 7000 ਮਾਰੇ ਤੁਰਕ। ਉਹ ਕਹਿੰਦਾ 7000 ਬੰਦਾ ਮਾਰ ਕੇ ਤੂੰ ਅਜੇ ਵੀ ਭਗਤ ਬਣਿਆ ਫਿਰਦਾ। ਦਇਆਹੀਨ ਹੋਏ ਲਸ਼ਕਰ ਮਾਰਾ। ਦਇਆਹੀਨ ਹੋ ਕੇ, ਸੰਤ ਤਾਂ ਦਇਆਲੂ ਹੁੰਦੇ ਨੇ, ਸੰਤ ਤਾਂ ਕੀੜੀ ਵੀ ਨਹੀਂ ਮਾਰਦੇ, ਤੇ ਤੂੰ 7000 ਬੰਦਾ ਮਾਰ ਕੇ ਆ ਗਿਆ ਹੈ। ਅਸ ਤੂੰ ਭਗਤ ਜਗਤ ਨਿਰਧਾਰਾ। ਇਹੋ ਜਿਹਾ ਤੂੰ ਭਗਤ ਆ ਜਗਤ ਵਿੱਚ। ਸਾਰੀ ਦੁਨੀਆ ਨੂੰ ਪਤਾ ਤੇਰੀ ਭਗਤੀ ਦਾ। ਤੇਰੀ ਭਗਤੀ ਦੁਨੀਆ ਨੇ ਦੇਖੀ ਹੈ ਵੀ ਰੋਜ਼ ਤੇ ਤੂੰ ਸ਼ਿਕਾਰ ਖੇਡਦਾ। ਹਥਿਆਰ ਤੂੰ ਲੱਖਾਂ ਦੇ ਹਿਸਾਬ ਨਾਲ ਰੱਖੇ ਹੋਏ ਨੇ, ਫੌਜਾਂ ਤੂੰ ਰੱਖੀਆਂ ਹੋਈਆਂ ਨੇ। ਬਾਦਸ਼ਾਹ ਦੇ ਖਿਲਾਫ ਤੂੰ ਬਗਾਵਤਾਂ ਕਰਦਾ, ਸਰਕਾਰ ਦਾ ਤੂੰ ਦੁਸ਼ਮਣ ਹੈ ਤੇ ਤੂੰ ਬਾਦਸ਼ਾਹ ਦੇ 7000 ਬੰਦੇ ਵੀ ਮਾਰ ਦਿੱਤੇ। ਹੋਰ ਦੱਸ ਤੂੰ ਕਿਹੜੀ ਭਗਤੀ ਕਰਦਾ ਹੈ। ਸ਼ਾਹ ਜਹਾਂ ਕੋ ਜਾਣਤ ਨਾਹੀ। ਤੂੰ ਬਾਦਸ਼ਾਹ ਸ਼ਾਹਜਹਾਨ ਨੂੰ ਜਾਣਦਾ ਨਹੀਂ, ਅਜੇ ਤੂੰ ਡਰਦਾ ਨਹੀਂ। ਹਾਂਜੀ, ਲਿਓ ਘੇਰ ਅੰਮ੍ਰਿਤਸਰ ਮਾਹੀ। ਤੈਨੂੰ ਅੰਮ੍ਰਿਤਸਰ 'ਚ ਘੇਰਿਆ ਨਹੀਂ ਸੀ ਬਾਦਸ਼ਾਹ ਨੇ। ਨੀਠ ਨੀਠ ਬਚ ਕੇ ਚਲ ਆਇਓ। ਚਲੋ ਔਖਾ ਸੌਖਾ ਤੂੰ ਉੱਥੋਂ ਬਚ ਕੇ ਆ ਗਿਆ। ਉੱਥੇ ਜੇ ਮਾਰਿਆ ਜਾਂਦਾ ਲੜਾਈ 'ਚ ਤੇ ਫਿਰ ਚੰਗਾ ਸੀ, ਪਰ ਤੂੰ ਬਚ ਕੇ ਆ ਗਿਆ ਉੱਥੋਂ। ਹਾਂਜੀ, ਇਤ ਆਵਤ ਉਤਪਾਤ ਉਠਾਇਓ। ਹੁਣ ਤੂੰ ਮੇਰੇ ਇਲਾਕੇ 'ਚ ਆ ਕੇ ਉਤਪਾਤ ਪਾ ਦਿੱਤਾ, ਝਗੜਾ ਪਾਤਾ। ਇੱਥੇ ਮੇਰੀ ਜ਼ਮੀਨ ਹੈ, ਮੇਰਾ ਘਰ-ਬਾਰ ਹੈ, ਮੇਰਾ ਇਹ ਤਲਕਾ ਹੈ। ਜਿਵੇਂ ਅੱਜ ਕੱਲ੍ਹ ਕਹਿੰਦੇ ਆਪਾਂ ਜ਼ਿਲ੍ਹਾ ਹੈ ਜਾਂ ਡਿਸਟ੍ਰਿਕਟ ਹੈ ਜਾਂ ਕੋਈ ਤਹਿਸੀਲ ਹੈ, ਉਹਨੂੰ ਤਲਕਾ ਕਹਿੰਦੇ। ਇਲਾਕੇ ਹੁੰਦੇ ਸੀ 2 4 10 20 50 ਪਿੰਡਾਂ ਦਾ ਇਲਾਕਾ ਹੁੰਦਾ ਸੀ। ਉਹ ਮਾਲਗੁਜ਼ਾਰ ਸੀ ਉੱਥੋਂ ਦਾ। ਭਗਵਾਨ ਦਾਸ ਕਹਿੰਦਾ ਮੇਰੇ ਇਲਾਕੇ 'ਚ ਆ ਕੇ ਤੂੰ ਉਤਪਾਤ ਪਾ ਦਿੱਤਾ ਹੈ। ਇਮ ਕਹਿ ਉਠਤ ਭਇਓ ਕਰ ਚਾਲਾ। ਇਸ ਤਰ੍ਹਾਂ ਕਹਿ ਕੇ ਨਾ ਉੱਠ ਕੇ ਜਾਣ ਲੱਗਾ ਭਗਵਾਨ ਦਾਸ। ਗੁਰੂ ਸਾਹਿਬ ਨੂੰ ਇੱਕ ਧਮਕੀ ਜੀ ਦੇ ਕੇ ਵੀ ਇੱਥੋਂ ਚਲਾ ਜਾ, ਇਹ ਮੇਰੀ ਜਗ੍ਹਾ ਹੈ। ਕਹਿੰਦਾ ਇੱਥੋਂ ਮੈਂ ਤੈਨੂੰ ਇੱਕੋ ਵਾਰੀ ਕਹਿਣਾ ਵੀ ਚਲਾ ਜਾ। ਬੋਲਤ ਬਚਨ ਅਨੁਚਿਤ ਵਿਸਾਲਾ। ਔਰ ਜਾਂਦਿਆਂ ਫੇਰ ਪੁੱਠੇ ਬੋਲ। ਕਈ ਬੰਦੇ ਹੁੰਦੇ ਹਨ ਦੀ ਜ਼ੁਬਾਨ ਕੰਟਰੋਲ 'ਚ ਨਹੀਂ ਰਹਿੰਦੀ। ਉਹ ਆਪਣੇ ਆਪ ਨੂੰ ਕਿਸੇ ਸੰਜਮ ਵਿੱਚ, ਨਿਯਮ 'ਚ ਰੱਖ ਨਹੀਂ ਸਕਦੇ। ਬੋਲਦਾ ਫਿਰ ਹੋਰ ਬੋਲਣ ਲੱਗ ਪਿਆ। ਜਾਂਦਾ ਵੀ ਬੋਲਣੋਂ ਹਟਿਆ ਨਹੀਂ ਭਗਵਾਨ ਦਾਸ ਘੇਰੜ।
ਭਲਾ ਭਇਓ ਗੁਰ ਹਿੰਦੁਨ ਕੇਰਾ। ਕਹਿੰਦਾ ਵੇਖੋ ਯਾਰੋ, ਕਹਿੰਦਾ ਇਹ ਚੰਗਾ ਗੁਰੂ ਬਣਿਆ। ਅਸੀਂ ਹਿੰਦੂ ਲੋਕ ਇਹਨੂੰ ਮੱਥਾ ਟੇਕਦੇ ਹਾਂ ਵੀ ਗੁਰੂ ਹੈ, ਗੁਰੂ ਹੈ, ਗੁਰੂ ਨਾਨਕ ਦੀ ਗੱਦੀ ਤੇ ਬੈਠਾ। ਇਹੋ ਜਿਹੇ ਗੁਰੂ ਹੁੰਦੇ? ਕਹਿੰਦਾ ਚੰਗਾ ਗੁਰੂ ਹੈ। ਕਰਨ ਕੁਕਰਮਨ ਮਹਿ ਮਨ ਪ੍ਰੇਰਾ। ਇਹ ਗੁਰੂ ਹੋ ਕੇ ਕੁਕਰਮ ਕਰਦਾ, ਸ਼ਿਕਾਰ ਖੇਡਦਾ, ਹਥਿਆਰ ਰੱਖਦਾ, ਪ੍ਰਾਨੀ ਘਾਤ ਚਹਿਤ ਦਿਨ ਰਾਤ। ਦਿਨ ਰਾਤ ਤੇ ਜੀਵਾਂ ਨੂੰ ਮਾਰਦਾ। ਰੋਜ਼ ਤੇ ਇਹ ਸ਼ਿਕਾਰ ਖੇਡਦਾ, ਕਦੀ ਹਿਰਨਾਂ ਨੂੰ, ਕਦੀ 12 ਸਿੰਘਿਆਂ ਨੂੰ, ਕਦੀ ਸਸਿਆਂ ਨੂੰ, ਕਦੀ ਰਿੱਛਾਂ ਨੂੰ, ਕਦੀ ਸ਼ੇਰਾਂ ਨੂੰ, ਕਦੀ ਸੂਰਾਂ ਨੂੰ ਮਾਰਦਾ। ਲਰਬੇ ਹੇਤ ਕਰਨ ਉਤਪਾਤ। ਤੇ ਲੜਾਈ ਲਈ ਹਰ ਵੇਲੇ ਤਿਆਰ ਰਹਿੰਦਾ। ਹਰ ਵੇਲੇ ਉਤਪਾਤ ਕਰਨ ਨੂੰ, ਲੜਾਈ ਨੂੰ ਇਹ ਤਿਆਰ ਰਹਿੰਦਾ। ਇਹ ਕਿਹੋ ਜਿਹਾ ਗੁਰੂ ਹੈ ਵੇਖੋ ਯਾਰੋ। ਹਾਂਜੀ, ਲੈਣ ਦੇਣ ਇਤਨਾ ਹਨ ਤੇਰੋ। ਹਾਂ, ਫਿਰ ਗੁਰੂ ਸਾਹਿਬ ਵਾਲਾ ਉਂਗਲ ਕਰੇਗਾ, ਤੇਰਾ ਇੱਥੇ ਕੋਈ ਲੈਣ ਦੇਣ ਨਹੀਂ। ਕਹਿੰਦਾ ਇਹ ਜਗ੍ਹਾ ਤੇਰੀ ਨਹੀਂ, ਇੱਥੋਂ ਚਲਾ ਜਾ, ਆਪਣਾ ਭਲਾ ਚਾਹੁੰਦਾ, ਨਹੀਂ ਤਾਂ ਮੇਰਾ ਨਾਮ ਭਗਵਾਨ ਦਾਸ ਘੇਰੜ ਹੈ, ਮੈਂ ਬਾਦਸ਼ਾਹ ਦਾ ਮਾਲ ਗੁਜ਼ਾਰਾਂ, ਮੈਨੂੰ ਐਵੇਂ ਨਾ ਸਮਝੀ। ਪਿਤਾ ਪਿਤਾਮਾ ਕੋ ਨਹਿ ਝੇਰੋ। ਹਾਂ, ਤੇਰਾ ਮੇਰਾ ਕੋਈ ਵੈਰ ਵੀ ਨਹੀਂ ਪਿਓ ਪਿਤਾਮੇ ਦਾ, ਵੀ ਕੋਈ ਤੂੰ ਇਸ ਜ਼ਮੀਨ 'ਚ ਤੇਰਾ ਕੋਈ ਹਿੱਸਾ ਹੋਵੇ, ਤੇਰੇ ਪਿਓ ਦਾ ਹੋਵੇ, ਤੇਰੇ ਦਾਦੇ ਗੁਰੂ ਰਾਮਦਾਸ ਦਾ ਹੋਵੇ। ਇੱਥੇ ਕਿਸੇ ਗੁਰੂ ਦਾ ਕੋਈ ਝਗੜਾ ਨਹੀਂ, ਕੋਈ ਜ਼ਮੀਨ ਦਾ। ਸਾਡੀ ਜ਼ਮੀਨ ਹੈ, ਮੇਰੇ ਪਿਓ ਦਾਦੇ ਦੀ ਹੈ, ਤੇਰਾ ਇਹਦੇ 'ਚ ਕੋਈ ਕਿਸੇ ਤਰ੍ਹਾਂ ਦਾ ਦਖਲ ਨਹੀਂ ਹੋਣਾ ਚਾਹੀਦਾ। ਔਚਕ ਆਨ ਪਰਿਓ ਕਰ ਡੇਰਾ। ਅਚਾਨਕ ਤੂੰ ਆ ਕੇ ਧੱਕੇ ਨਾਲ ਬਹਿ ਗਿਆ ਇੱਥੇ ਡੇਰਾ ਕਰਕੇ। ਤੇਰੇ ਕੋਲ ਕੋਈ ਕਾਗਜ਼ ਪੱਤਰ, ਕੋਈ ਲਿਖਤ ਪੜ੍ਹਤ ਕੋਈ ਹੋਵੇ, ਤੂੰ ਸਬੂਤ ਪੇਸ਼ ਕਰ ਵੀ ਮੇਰੀ ਜ਼ਮੀਨ ਹੈ ਤੇ ਤੂੰ ਬੈਠਾ। ਇੱਦਾਂ ਥੋੜ੍ਹਾ ਹੁੰਦਾ ਵੀ ਕਿਸੇ ਦੀ ਜ਼ਮੀਨ 'ਤੇ ਜਾ ਕੇ ਪਿੰਡ ਵਸਾ ਦੇਣਾ, ਕਿਸੇ ਦੀ ਜ਼ਮੀਨ 'ਤੇ ਜਾ ਕੇ ਝੰਡਾ ਕੱਢ ਦੇਣਾ, ਇੱਥੇ ਮੈਂ ਪਿੰਡ ਵਸਾਵਾਂਗਾ। ਜ਼ਮੀਨ ਸਾਡੀ, ਪਿੰਡ ਤੂੰ ਕਿਵੇਂ ਵਸਾ ਲੇਂਗਾ ਬਈ? ਇੱਦਾਂ ਫਿਰ ਭਗਵਾਨ ਦਾਸ ਗੁਰੂ ਸਾਹਿਬ ਨੂੰ ਬੋਲੀ ਗਿਆ। ਲੱਗਿਓ ਬਨਾਵਨ ਕੋਟ ਚੁਫੇਰਾ। ਇੱਥੇ ਤੂੰ ਕਿਲਾ ਬਣਾਉਣ, ਮਹਾਰਾਜ ਕਿਲਾ ਬਣਾਉਣ ਲੱਗੇ ਸੀ ਨਾ, ਆਲੇ ਦੁਆਲੇ ਕੰਧ ਕੱਚੀ ਕਰਨ ਲੱਗੇ ਸੀ ਵੀ ਕੋਈ ਮੋਰਚਾਬੰਦੀ ਹੋਵੇ, ਜੰਗ ਯੁੱਧ ਹੋਵੇ ਤੇ ਉੱਥੇ ਦਰਿਆ ਦੇ ਕੰਢੇ 'ਤੇ ਮੁਕਾਬਲਾ ਕਰ ਸਕੀਏ। ਕਿਲਾ ਬਣਾ ਰਹੇ ਸੀ ਛੇਵੇਂ ਪਾਤਸ਼ਾਹ। ਕਹਿੰਦਾ ਤੂੰ ਇੱਥੇ ਕਿਲਾ ਬਣਾਉਣ ਲੱਗਾ, ਇਵੇਂ ਤੈਨੂੰ ਮੈਂ ਕਿਵੇਂ ਕਿਲਾ ਬਣਾਉਣ ਦਿਆਂਗਾ? ਮੇਰੀ ਜਗ੍ਹਾ ਹੈ, ਮੈਨੂੰ ਪੁੱਛਿਆ ਨਹੀਂ, ਮੈਨੂੰ ਗਿੱਛਿਆ ਨਹੀਂ, ਤੇ ਮੇਰੇ 'ਚ ਆ ਕੇ ਕਿਲਾ ਬਣਾਉਣ ਲੱਗਾ ਹੈ। ਨਾ ਹੈ ਤਾ ਜੇ ਚਾਹਤ ਨਿਜ ਭਲਾ। ਜੇ ਤੂੰ ਆਪਣਾ ਭਲਾ ਚਾਹੁੰਦਾ, ਜੇ ਤੂੰ ਆਪਣੀ ਖੈਰ ਚਾਹੁੰਦਾ, ਹਾਂਜੀ, ਹੋਤ ਪ੍ਰਭਾਤ ਜਾਹੋ ਤੂੰ ਚੱਲਾ। ਤੂੰ ਕੱਲ ਸਵੇਰੇ ਇੱਥੋਂ ਚਲਾ ਜਾਈ, ਅੱਜ ਦੀ ਰਾਤ ਤੂੰ ਚੱਲ ਠੀਕ ਹੈ ਬੈਠਾ, ਪਰ ਮੈਂ ਸਵੇਰੇ ਤੈਨੂੰ ਇੱਥੇ ਦੇਖਣਾ ਨਹੀਂ, ਇੱਥੇ ਤੂੰ ਨਜ਼ਰ ਨਹੀਂ ਆਉਣਾ ਚਾਹੀਦਾ। ਇਹ ਮੇਰੀ ਗੱਲ ਕੰਨ ਖੋਲ ਕੇ ਸੁਣ ਲੈ। ਸਵੇਰੇ ਤੂੰ ਇੱਥੋਂ ਚਲਿਆ ਜਾਵੀਂ। ਕੋ ਜਨ ਹੈ ਕੋ ਨਾ ਹਨ ਜਨ ਹੈ। ਕੋਈ ਜਾਣਦਾ ਤੇ ਕੋਈ ਨਹੀਂ ਜਾਣਦਾ। ਉਦੈ ਭਾਨ ਤੇ ਪ੍ਰਥਮ ਪਿਆਨ ਹੈ। ਬਸ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਤੂੰ ਇੱਥੋਂ ਚੱਲਦਾ ਬਣੀ। ਇਹ ਮੇਰੀ ਗੱਲ ਪੱਲੇ ਬੰਨ੍ਹ ਲੈ। ਕਿਸੇ ਨੂੰ ਪਤਾ ਲੱਗਾ, ਕਿਸੇ ਨੂੰ ਨਹੀਂ ਲੱਗਾ, ਤੇਰੀ ਵੀ ਇੱਜ਼ਤ ਹੈ, ਮੇਰੀ ਵੀ ਇੱਜ਼ਤ ਹੈ। ਤੇ ਜੇ ਤੂੰ ਕੱਲ੍ਹ ਨੂੰ ਇੱਥੋਂ ਨਾ ਗਿਆ ਤੇ ਰੌਲਾ ਬੜਾ ਪੈਣਾ। ਲੋਕਾਂ ਨੇ ਕਹਿਣਾ ਭਗਵਾਨ ਦਾਸ ਦੇ ਪਿੰਡ ਗਿਆ ਸੀ, ਉਹਨੇ ਕੱਢ ਦਿੱਤਾ, ਫਿਰ ਪੱਲੇ ਕੀ ਰਹੇਗਾ? ਤਾਂ ਤੂੰ ਗੁਰੂ ਹੈ ਨਾ, ਇਸ ਕਰਕੇ ਇੱਜ਼ਤ ਦੇ ਨਾਲ ਸਵੇਰੇ ਸਵੇਰੇ ਸਾਡੇ ਪਿੰਡੋਂ ਚਲਾ ਜਾ। ਇਹਾਂ ਨ ਬਸਨੋ ਪਾਵ ਹੈ ਕੋਈ। ਇੱਥੇ ਕਿਸੇ ਨੂੰ ਮੈਂ ਨਹੀਂ ਰਹਿਣ ਦੇਣਾ, ਨਾ ਮੈਂ ਤੈਨੂੰ ਰਹਿਣ ਦੇਣਾ ਤੇ ਨਾ ਮੈਂ ਤੇਰੇ ਸਿੱਖਾਂ ਨੂੰ ਰਹਿਣ ਦੇਣਾ। ਸਰਬ ਢਹਾਵੋਂ ਚਿਨ ਤੇ ਜੋਈ। ਆ ਜਿਹੜੀਆਂ ਕੰਧਾਂ ਤੂੰ ਬਣਾ ਰਿਹਾ, ਕਿਲਾ ਬਣਾ ਰਿਹਾ, ਇਹ ਮੈਂ ਸਵੇਰੇ ਢਵਾ ਦੇਣੀਆਂ ਨੇ। ਮੇਰੇ ਬੰਦੇ ਆਉਣਗੇ, ਤੂੰ ਬਣਾ ਰਿਹਾ ਤੇ ਅਸੀਂ ਢਵਾ ਦੇਣੀਆਂ ਨੇ। ਹਾਂਜੀ, ਇਵੇਂ ਬੋਲਤ ਕਰ ਤੋ ਬਕਬਾਦ। ਇਸ ਤਰ੍ਹਾਂ ਭਗਵਾਨ ਦਾਸ ਬਕਵਾਸ ਕਰੀ ਗਿਆ, ਬੋਲੀ ਗਿਆ। ਤੇ ਜਿਵੇਂ ਕੋਈ ਸਿਰੜੀ ਜਿਹਾ ਬੰਦਾ ਹੁੰਦਾ ਨਾ, ਉਹਨੂੰ ਫਿਰ ਬੰਦੇ ਨੂੰ ਉਹ ਬੋਲਣ ਦਾ ਫਿਰ ਰੁਕਦਾ ਨਹੀਂ, ਫਿਰ ਉਹ ਇੱਦਾਂ ਉਹਦੀ ਜ਼ੁਬਾਨ ਚੱਲੀ ਗਈ ਤੇ ਖਪਤੀ ਜਿਹਾ ਹੋ ਗਿਆ। ਧਾਮ ਗਇਓ ਗੁਰ ਕਹਿ ਅਪਵਾਦ। ਗੁਰੂ ਸਾਹਿਬ ਦੀ ਨਿੰਦਾ ਕਰਕੇ, ਮਾੜਾ ਚੰਗਾ ਬੋਲ ਕੇ ਘਰ ਚਲਾ ਗਿਆ। ਕਹੀ ਕਠੋਰ ਅਨੁਚਿਤੀ ਬਾਣੀ। ਉਹਨੇ ਬੜੇ ਕਠੋਰ ਤੇ ਅਨੁਚਿਤ ਤੇ ਅਯੋਗ ਬਚਨ ਕਹੇ। ਛਿਮਾ ਨਿਧਾਨ ਛਿਮਾ ਮਨ ਠਾਨੀ। ਗੁਰੂ ਸਾਹਿਬ ਫਿਰ ਵੀ ਖਿਮਾ ਕਰਤਾ। ਇਹ ਗੁਰੂ ਸਾਹਿਬ ਦੀ ਵਡਿਆਈ ਹੈ ਸਾਧ ਸੰਗਤ ਜੀ। ਧੀਰ ਜਿਮ ਵੀਰ ਮੈਂ, ਸ਼ੀਰ ਜਿਮ ਨੀਰ ਮੈਂ, ਹਵੀ ਜਿਮ ਖੀਰ ਮੈਂ, ਧੀਰ ਜਿਮ ਵੀਰ ਮੈਂ, ਹੋਤ ਸੁਖਕਾਰ ਹੈ। ਭਾਈ ਸੰਤੋਖ ਸਿੰਘ ਲਿਖਦੇ, ਕਹਿੰਦੇ ਦੁੱਧ ਦੇ ਵਿੱਚ ਘਿਓ, ਪਾਣੀ 'ਚ ਸੀਤਲਤਾ। ਦੁੱਧ ਦੇ ਵਿੱਚ ਘਿਓ ਨੇਚਰਲੀ ਹੈ, ਦੁੱਧ ਦੇ ਵਿੱਚ ਘਿਓ ਕੁਦਰਤੀ ਹੈ, ਤੇ ਪਾਣੀ 'ਚ ਸੀਤਲਤਾ ਕੁਦਰਤੀ ਹੈ।
ਤੇ ਵੀਰ ਵਿੱਚ ਧੀਰਜ ਕੁਦਰਤੀ ਹੈ। ਜੇ ਵੀਰ ਹੈ ਤੇ ਜੇ ਵੀਰ ਨਹੀਂ, ਉੱਦਾਂ ਹੀ ਮਿੰਟ 'ਚ ਗੁੱਸੇ 'ਚ ਆ ਗਿਆ ਤੇ ਅੱਗ ਬਬੂਲਾ ਹੋ ਗਿਆ ਇੱਕਦਮ, ਜਿਵੇਂ ਕੱਖਾਂ ਦੀ ਅੱਗ ਬਲਦੀ ਨਾ, ਪਰਾਲੀ ਦੀ ਅੱਗ, ਐਂ ਲਾਈਟ ਨਿਕਲਦੀ 2 ਮਿੰਟ ਬਾਅਦ ਠੰਡੀ ਹੋ ਜਾਂਦੀ। ਮੇਰੇ ਵਰਗੇ ਕਈ ਬੰਦੇ ਇੱਕਦਮ ਗੁੱਸੇ 'ਚ ਆ ਜਾਂਦੇ, ਇੱਕਦਮ ਗੁੱਸੇ 'ਚ ਆ ਕੇ ਲਾਲ ਪੀਲੇ ਹੋਏ, ਫਿਰ ਆਪ ਹੀ ਹਿੱਲਣ 'ਚ ਲੱਗ ਜਾਂਦੇ, ਕੰਬਣ ਲੱਗ ਜਾਂਦੇ। ਮੈਂ ਕਈ ਦੇਖਿਆ ਬੁੱਲ ਵੀ ਫੜਕਦੇ ਆ ਤੇ ਹਾਰਟ ਵੀ ਜਿਹੜਾ ਨਾ ਉਹਨਾਂ ਦਾ ਤੇਜ਼ ਧੜਕਣ ਲੱਗ ਜਾਂਦਾ, ਲੱਤਾਂ ਕੰਬਣ ਲੱਗ ਜਾਂਦੀਆਂ, ਹੱਥ ਕੰਬਣ ਲੱਗ ਜਾਂਦੇ। ਉਹ ਗੁੱਸਾ ਕਾਹਦਾ ਗੁੱਸਾ ਜਿਹੜਾ 2 ਮਿੰਟ 'ਚ ਚੜ੍ਹਿਆ ਤੇ 2 ਮਿੰਟ 'ਚ ਠੰਡਾ ਹੋ ਗਿਆ। ਸੂਰਮੇ ਨੂੰ ਗੁੱਸਾ ਨਹੀਂ ਚੜ੍ਹਦਾ, ਤੇ ਜੇ ਚੜ੍ਹ ਜੇ ਤੇ ਫਿਰ ਲੈਂਦਾ ਬੜੇ ਆਰਾਮ ਨਾਲ, ਇੱਕਦਮ ਨਹੀਂ ਫਿਰ ਲੈਂਦਾ। ਜਿਵੇਂ ਲੋਹਾ ਛੇਤੀ ਕੀਤਿਆਂ ਗਰਮ ਨਹੀਂ ਹੁੰਦਾ, ਜੇ ਗਰਮ ਹੋ ਜਾਏ ਫਿਰ ਛੇਤੀ ਠੰਡਾ ਨਹੀਂ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰੀਆਂ ਗੱਲਾਂ ਸੁਣੀ ਗਏ, ਮੁਸ਼ਕਰਾਈ ਗਏ, ਗੁੱਸਾ ਹੀ ਨਹੀਂ ਕੀਤਾ, ਬਿਲਕੁਲ ਧੀਰ 'ਚ ਬੈਠੇ ਆ। ਕਹਿੰਦੇ ਧੀਰ ਜੇ ਮੈਂ ਵੀਰ ਮੈਂ ਹੋਤ ਸੁਖਕਾਰ ਹੈ। ਕਵੀਰਾਜ ਭਾਈ ਸੰਤੋਖ ਨੇ ਬੜੇ ਸੋਹਣੇ ਸੋਹਣੇ ਬਚਨ ਲਿਖੇ ਆ। ਕਹਿੰਦੇ ਦੁੱਧ ਵਿੱਚ ਘਿਓ ਸ਼ੀਰ ਜਿਮ ਨੀਰ ਮੈਂ, ਹਵੀ ਜਿਮ ਖੀਰ ਮੈਂ। ਹਵੀ ਕਹਿੰਦੇ ਨੇ ਘਿਓ ਨੂੰ ਤੇ ਖੀਰ ਕਹਿੰਦੇ ਨੇ ਦੁੱਧ ਨੂੰ। ਦੁੱਧ ਵਿੱਚ ਘਿਓ ਕੁਦਰਤੀ ਹੈ, ਪਾਣੀ 'ਚ ਠੰਡਕ ਕੁਦਰਤੀ ਹੈ, ਪਾਣੀ ਦਾ ਸੁਭਾਅ ਠੰਡਾ। ਤੇ ਕਹਿੰਦੇ ਇਸੇ ਤਰ੍ਹਾਂ ਧੀਰ ਜਿਮ ਵੀਰ ਮੈਂ, ਜੋਧੇ ਵਿੱਚ ਧੀਰਜ। ਮਹਾਰਾਜ ਮਹਾਬਲੀ ਜੋਧੇ ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰਉਪਕਾਰੀ। ਹੱਸੀ ਗਏ, ਗੁੱਸਾ ਨਹੀਂ ਕੀਤਾ। ਉਹ ਬੋਲੀ ਗਿਆ, ਬਕਵਾਸ ਕਰੀ ਗਿਆ। ਮਹਾਰਾਜ ਇੱਦਾਂ ਵੇਖੀ ਗਿਆ ਉਹਦੇ ਵੱਲ ਵੀ ਚਲੋ ਭੜਕਦਾ ਭੜਕ ਲੈਣ ਦੇ, ਹਾਂਡੀ ਉਬਲੇਗੀ ਆਪਣੇ ਕੰਢੇ ਸਾੜੇਗੀ, ਸਾਡਾ ਕੀ ਲੈ ਗਏ। ਹਾਂਡੀ ਉਬਲਦੀ ਹੈ, ਆਪਣੇ ਕੰਢੇ ਸਾੜਦੀ ਹੈ, ਇਹ ਉਬਲਦਾ ਉਬਲ ਲਓ। ਮਹਾਰਾਜ ਸੱਚੇ ਪਾਤਸ਼ਾਹ ਜੀ ਬੜੇ ਆਰਾਮ ਨਾਲ ਸੁਣੀ ਗਏ। ਹਾਂਜੀ, ਵਿਧੀ ਚੰਦ ਰਿਸ ਬਚਨ ਉਚਾਰਾ। ਭਾਈ ਵਿਧੀ ਚੰਦ ਜੀ ਕੋਲ ਨਾ ਜਰਿਆ ਗਿਆ, ਗੁੱਸਾ ਆਇਆ ਥੋੜਾ ਜਿਹਾ, ਗੁੱਸੇ 'ਚ ਆ ਕੇ ਭਾਈ ਸਾਹਿਬ ਬੋਲੇ। ਹਾਂਜੀ, ਇਹ ਗੁਰ ਦਰੋਹੀ ਚਹੀਏ ਤੁਮਾਰਾ। ਸੱਚੇ ਪਾਤਸ਼ਾਹ ਗੁਰੂ ਦਰੋਹੀ ਹੈ, ਤੁਹਾਡੇ ਸਾਹਮਣੇ ਬੋਲ ਗਿਆ। ਸਾਡੇ ਹੁੰਦਿਆਂ ਸਾਡੇ ਸਤਿਗੁਰੂ ਦੇ ਸਾਹਮਣੇ ਕੋਈ ਬੋਲੇ, ਇੰਨਾ ਮਾੜਾ ਬੋਲਿਆ, ਤੁਹਾਨੂੰ ਤੂੰ ਕਰਕੇ ਬੋਲਿਆ। ਤੇ ਕਹਿੰਦਾ ਵੀ ਵੱਡੇ ਮਹਾਰਾਜ ਦਾ ਵੀ ਨਾਂ ਠੀਕ ਨਹੀਂ ਲਿਆ। ਵੱਡੇ ਮਹਾਰਾਜ ਨੂੰ ਵੀ ਇਹ ਕਹਿਤਾ ਵੀ ਆ ਅਰਜਨ ਦੇ ਪੁੱਤਰ। ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦਾ ਨਾਂ ਹੀ ਚੰਗੀ ਤਰ੍ਹਾਂ ਲੈ ਲੈਂਦਾ, ਉਹ ਵੀ ਨਹੀਂ ਲਿਆ। ਇਹਨੂੰ ਮਹਾਰਾਜ ਸਲੋਤਰ ਫੇਰਨਾ ਚਾਹੀਦਾ, ਇਹਨੂੰ ਛਿੱਤਰ ਫੇਰਨੇ ਚਾਹੀਦੇ, ਇਹਨੂੰ ਮਾਰਨਾ ਚਾਹੀਦਾ। ਹਾਂਜੀ, ਨਹੀਂ ਅਦਾਇਬ ਸਾਹਿਬ ਕੇਰਾ। ਇਹਨੂੰ ਸੱਚੇ ਪਾਤਸ਼ਾਹ ਗੁਰੂਆਂ ਦਾ ਅਦਾਇਬ ਹੀ ਨਹੀਂ, ਮਹਾਂਪੁਰਸ਼ਾਂ ਦਾ, ਸਤਿਗੁਰਾਂ ਦਾ, ਗੁਰੂ ਦਾ ਅਦਬ ਕੀ ਹੁੰਦਾ ਹੈ, ਗੁਰੂ ਦੀ ਰਿਸਪੈਕਟ ਕੀ ਹੁੰਦੀ, ਇਹਨੂੰ ਪਤਾ ਨਹੀਂ ਹੈ। ਬੋਲਤ ਗਮਨਿਓ ਨਿਠੁਰ ਬਟੇਰਾ। ਤੇ ਜਾਂਦਾ ਜਾਂਦਾ ਬਕਵਾਸ ਕਿੰਨਾ ਕਰ ਗਿਆ, ਕਿੰਨਾ ਬੋਲ ਗਿਆ ਏ। ਸੁਨ ਸ਼੍ਰੀ ਗੁਰ ਮੁਸਕਾਏ ਬਖਾਨਾ। ਸਤਿਗੁਰੂ ਹੱਸ ਪਏ, ਮੁਸਕਰਾ ਪਏ ਤੇ ਬੋਲੇ, ਦੇਹੋ ਬਲੀਪੁਰ ਮਹਿ ਸਮਾਨਾ। ਕਹਿਣ ਲੱਗੇ ਜੇ ਕੋਈ ਪਿੰਡ ਵਸਾਣਾ ਹੁੰਦਾ ਸੀ ਨਾ ਪਹਿਲੇ ਜ਼ਮਾਨੇ 'ਚ, ਤੇ ਲੋਕ ਬਲੀ ਦਿੰਦੇ ਹੁੰਦੇ ਸੀ। ਬਲੀ, ਕੋਈ ਬੱਕਰੇ ਦੀ ਬਲੀ ਦਿੰਦਾ ਸੀ, ਕੋਈ ਝੋਟੇ ਦੀ ਬਲੀ ਦਿੰਦਾ ਸੀ। ਮਹਾਰਾਜ ਕਹਿੰਦੇ ਲੱਗਦਾ ਇਹਦੀ ਬਲੀ ਦੇਣੀ ਪੈਣੀ ਆਪਾਂ ਨੂੰ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਹਿੰਦੇ ਆਪਾਂ ਨੂੰ ਨਾ ਇਹਦੀ ਬਲੀ ਦੇਣੀ ਪੈਣੀ ਹੈ, ਤੇ ਤਾਂ ਇਹ ਸ਼ਹਿਰ ਵਸਣਾ, ਨਗਰ ਵਸਣਾ। ਹਾਂਜੀ, ਇਸ ਕੇ ਹਤੇ ਨੀਵ ਥਿਰ ਹੋਵੇ। ਮਹਾਰਾਜ ਕਹਿੰਦੇ ਜਿਵੇਂ ਪਹਿਲੇ ਜ਼ਮਾਨੇ 'ਚ ਲੋਕ ਪਿੰਡ ਵਸਾਉਂਦੇ ਸੀ ਤੇ ਕੋਈ ਝੋਟੇ ਦੀ ਬਲੀ ਦਿੰਦੇ ਸੀ, ਬੱਕਰੇ ਦੀ ਬਲੀ ਦਿੰਦੇ, ਉਹ ਕਹਿੰਦੇ ਵੀ ਨੀਂਹ ਪੱਕੀ ਹੋਵੇਗੀ, ਲੋਕਾਂ ਦੀ ਮਾਨਤਾ ਸੀ। ਹੱਸ ਕੇ ਮਹਾਰਾਜ ਕਹਿ ਰਹੇ, ਕਹਿੰਦੇ ਇਹਨੂੰ ਮਾਰਨ ਨਾਲ ਲੱਗਦਾ ਸਾਡੇ ਨਗਰ ਦੀ ਨੀਂਹ ਪੱਕੀ ਹੋਵੇਗੀ, ਇਹਨੂੰ ਲੱਗਦਾ ਬਲੀ ਇਹਦੀ ਦੇਣੀ ਪੈਣੀ ਆਪਾਂ ਨੂੰ। ਹਾਂਜੀ, ਸਗਰੇ ਸ਼ਗਨ ਜਨਾਵਤ ਜੋਏ। ਇਹ ਸਾਰੇ ਸ਼ਗਨ ਇਹਦੇ ਘਰ ਹੋ ਰਹੇ ਨੇ, ਲੱਗਦਾ ਪਿਆ ਇਹਦੀ ਮੌਤ ਨੇੜੇ ਆਈ ਹੋਈ ਹੈ। ਮਹਾਰਾਜ ਆਇਸ ਅਬਦੀਜੈ। ਭਾਈ ਵਿਧੀ ਚੰਦ ਕਹਿੰਦਾ ਮਹਾਰਾਜ ਫਿਰ ਹੁਣੇ ਆਗਿਆ ਦਿਓ, ਫਿਰ ਲਾ ਦਈਏ ਸੋਧਾ, ਇਹਨੂੰ ਝਟਕਾ ਦਈਏ ਤੇਗ ਦੇ ਨਾਲ ਹੁਣੇ ਹੀ। ਹਾਂਜੀ, ਜਾਏ ਸਦਨ ਹਮ ਤਾਹੇ ਗਹੀਜੈ। ਜਾ ਕੇ ਘਰੋਂ ਫੜ ਲਈਏ ਇਹਨੂੰ, ਸੋਧਾ ਲਾਈਏ, ਸਿੱਧਾ ਕਰੀਏ ਇਹਨੂੰ। ਅਨਹਿ ਰਾਵਰ ਕੇ ਅਬ ਪਾਸ। ਤੁਹਾਡੇ ਕੋਲ ਲੈ ਆਈਏ ਮਹਾਰਾਜ ਫੜ ਕੇ ਇਹਨੂੰ। ਚੰਦੂ ਕੇ ਸਮ ਕਰਹਿ ਬਿਨਾਸ਼। ਜਿਵੇਂ ਚੰਦੂ ਮਾਰਿਆ ਸੀ ਇਹਦਾ ਕੁੜਮ, ਇਹ ਉਹਦਾ ਕੁੜਮ ਹੈ ਚੰਦੂ ਦਾ, ਐਵੇਂ ਉਹਨੂੰ ਵੀ ਸੋਧੀਏ ਉਹ ਜਿਵੇਂ ਉਹਨੂੰ ਮਾਰਿਆ ਸੀ। ਪਨਹੀ ਕੇ ਮਾਰੇ ਮਰ ਜਾਏ। ਇਹ ਜੁੱਤੀਆਂ ਨਾਲ ਹੀ ਮਰ ਜਾਏਗਾ ਮਹਾਰਾਜ, ਇਹਨੂੰ ਡੰਡਾ ਮਾਰਨ ਦੀ ਵੀ ਲੋੜ ਨਹੀਂ। ਇਹਦੇ ਪੋਲੜ ਜਾ ਤੇ ਹੈ, ਇਹ ਭੜੋਲਾ ਜਾ, ਇਹਨੂੰ ਤੇ 2-4 ਚਪੇੜਾਂ ਮਾਰੀਏ ਤੇ ਇਹਦੇ ਕੰਮ ਹੋ ਜਾਣਾ। ਸੱਚੇ ਪਾਤਸ਼ਾਹ ਜੀ ਸਾਨੂੰ ਆਗਿਆ ਦਿਓ। ਹਾਂਜੀ, ਗੁਰ ਨਿੰਦਕ ਤਬ ਹੀ ਫਲ ਪਾਏ। ਇਹ ਗੁਰੂ ਮਹਾਰਾਜ ਦਾ ਨਿੰਦਕ, ਇਹਨੂੰ ਫਲ ਮਿਲੇ ਦੀ ਕਰਨੀ ਦਾ। ਸ਼੍ਰੀ ਹਰਗੋਬਿੰਦ ਬਾਕ ਬਖਾਨੇ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੋਲੇ, ਗੁਰ ਦਰੋਹੀ ਜੇ ਤਕ ਜਗ ਜਾਣੇ। ਮਹਾਰਾਜ ਕਹਿੰਦੇ ਵਿਧੀ ਚੰਦ ਜਿੰਨੇ ਗੁਰੂ ਘਰ ਦੇ ਦੋਖੀ ਨੇ,
ਜਿੰਨੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਨਾਲ ਵੈਰ ਰੱਖਦੇ ਨੇ, ਧਰਮੀ ਪੁਰਸ਼ਾਂ ਨਾਲ ਵੈਰ ਰੱਖਦੇ ਨੇ, ਭੂਤ ਭਵਿੱਖਤ ਜੇ ਅਬ ਅਹੈਂ, ਜਿਹੜੇ ਪਿਛਲੇ ਸਮੇਂ 'ਚ ਵੀ ਹੋਏ ਨੇ, ਹੁਣ ਵੀ ਨੇ ਤੇ ਅੱਗੇ ਵੀ ਹੋਣੇ ਨੇ, ਇਹ ਦੁਨੀਆ ਇਦਾਂ ਚੱਲਦੀ ਆਈ। ਕੋਈ ਵੀ ਸਮਾਂ ਇਹੋ ਜਿਹਾ ਨਹੀਂ ਆਇਆ ਜਦੋਂ ਧਰਮੀ ਪੁਰਸ਼ਾਂ ਦਾ ਪਾਪੀ ਬੰਦਿਆਂ ਨੇ ਵਿਰੋਧ ਨਾ ਕੀਤਾ ਹੋਵੇ। ਦੁਸ਼ਟ ਬੰਦੇ ਸੰਤਾਂ ਨਾਲ ਵੈਰ ਕਰਦੇ ਨੇ, ਬਾਣੀ 'ਚ ਲਿਖਿਆ, ਸੰਤਾਂ ਨਾਲ ਵੈਰ ਕਮਾਉਂਦੇ, ਦੁਸ਼ਟਾਂ ਨਾਲ ਮੋਹ ਪਿਆਰ, ਅੱਗੇ ਪਾਛੇ ਸੁੱਖ ਨਹੀਂ, ਮਰ ਜੰਮੇ ਵਾਰੋ ਵਾਰ। ਉਹਨਾਂ ਦਾ ਕੰਮ ਰਿਹਾ। ਪ੍ਰਹਲਾਦ ਭਗਤ ਦਾ ਇਤਿਹਾਸ ਸਤਿਯੁਗ ਤੋਂ ਸ਼ੁਰੂ ਹੁੰਦਾ। ਧਰੂਵ ਭਗਤ ਦਾ ਸਤਿਯੁਗ ਦਾ ਇਤਿਹਾਸ ਹੈ। ਧਰੂਵ ਦੀ ਮਤਰੇਈ ਮਾਂ ਵੈਰ ਕਰਦੀ ਸੀ ਅਤੇ ਪ੍ਰਹਲਾਦ ਦਾ ਪਿਓ ਉਹਦੇ ਨਾਲ ਵੈਰ ਕਰਦਾ ਸੀ। ਭਗਤੀ ਕਰਨ ਵਾਲਿਆਂ ਦੇ ਤੇ ਘਰ ਵਾਲੇ ਹੀ ਵੈਰੀ ਬਣ ਜਾਂਦੇ ਆ ਅਤੇ ਦੂਜਿਆਂ ਦੇ ਬਣਨਾ ਹੀ ਹੈ। ਅਤੇ ਇਹ ਫਿਰ ਜਿਹੜੇ ਗੁਰੂ ਦੋਖੀ ਹੁੰਦੇ ਨੇ, ਕਿਉਂ ਨਾ ਕਹੋ ਅਗ ਕੋ ਫਲ ਲਹੈਂ, ਇਹਨਾਂ ਨੂੰ ਪਾਪਾਂ ਦਾ ਫਲ ਮਿਲਣਾ ਹੀ ਮਿਲਣਾ। ਇਹਨਾਂ ਨੂੰ ਮਾਰਨ ਦੀ ਲੋੜ ਨਹੀਂ ਹੁੰਦੀ। ਪਾਪੀ ਕੇ ਮਾਰਨੇ ਕੋ ਪਾਪ ਮਾਂ ਭਲੀ, ਪਾਪੀ ਨੂੰ ਪਾਪ ਹੀ ਮਾਰ ਦਿੰਦਾ। ਹਾਂਜੀ, ਲੋਕ ਬਿਖੈ ਜਰ ਉਖ ਰਹਿ ਸਾਰੀ। ਭਾਈ ਵਿਧੀ ਚੰਦ ਜੀ, ਇਹਨਾਂ ਪਾਪੀਆਂ ਦੀ ਇਸ ਦੁਨੀਆ ਤੋਂ ਜੜ ਉਖੜ ਜਾਂਦੀ ਹੈ, ਅੱਗੇ ਕੋਈ ਨਾਂ ਲੈਣ ਵਾਲਾ ਨਹੀਂ ਰਹਿੰਦਾ। ਸਾਧ ਸੰਗਤ ਜੀ, ਸਾਡੇ ਦੇਖਦਿਆਂ ਇਹੋ ਜਿਹੇ ਲੋਕ ਹੋਏ ਜਿਨ੍ਹਾਂ ਦਾ ਬੜਾ ਤੂਤੀ ਬੋਲਦੀ ਸੀ, ਅੱਜ ਕੋਈ ਪੁੱਛਦਾ? ਉਹਨਾਂ ਦੇ ਘਰ ਦੇ ਉਹਨਾਂ ਦੇ ਨਿਆਣੇ ਰੁਲਦੇ ਫਿਰਦੇ, ਔਰੰਗਜ਼ੇਬ ਦੀ ਔਲਾਦ ਹੁਣ ਰੁਲਦੀ ਫਿਰਦੀ ਹੈ। ਹੋਰ ਬੜੇ ਬੜੇ ਜ਼ਾਲਮ ਲੋਕ, ਉਹਨਾਂ ਦੀਆਂ ਪੀੜ੍ਹੀਆਂ ਖਤਮ ਹੋ ਗਈਆਂ, ਕੁਲਾਂ ਨਾਸ ਹੋ ਗਈਆਂ, ਜਿਹੜੇ ਗੁਰੂ ਨਾਲ ਵੈਰ ਕਰਦੇ ਸੀ। ਹਾਂਜੀ, ਮਰਹਿ ਪਾਏ ਦੁਖ ਨਰਕ ਮਝਾਰੀ। ਮਹਾਰਾਜ ਕਹਿੰਦੇ ਫਿਰ ਇਹ ਮਰਦੇ ਨੇ, ਦੁੱਖ ਪਾ ਕੇ ਨਰਕਾਂ 'ਚ ਜਾਂਦੇ ਨੇ। ਕੋਇ ਨ ਵਾਲੀ ਬਣਹਿ ਸਹਾਈ। ਕੋਈ ਇਹਨਾਂ ਦਾ ਵਾਲੀ ਵਾਰਸ ਨਹੀਂ ਬਣਦਾ ਜਿਹੜੇ ਗੁਰੂ ਦੇ ਨਿੰਦਕ ਹੁੰਦੇ ਨੇ। ਭੋਗਹਿ ਸੰਕਟ ਬਹੁ ਬਿਲ ਲਾਏ। ਇਹ ਬੜੇ ਸੰਕਟ ਭੋਗਦੇ ਨੇ, ਬਿਰਲਾਪ ਕਰਦੇ ਨੇ। ਇਹ ਘੇਰੜ ਅਬ ਅਬਗਤ ਪਾਵੈ। ਇਹ ਭਗਵਾਨ ਦਾਸ ਘੇਰੜ ਨਾ ਜਿਹੜਾ, ਇਹ ਹੁਣ ਮਰ ਕੇ ਨਰਕਾਂ 'ਚ ਜਾ ਰਿਹਾ। ਇਹਦਾ ਟਾਈਮ ਪੂਰਾ ਹੋ ਚੁੱਕਾ, ਮਹਾਰਾਜ ਕਹਿੰਦੇ। ਹਾਂਜੀ, ਸਮ ਚੰਦੂ ਕੇ ਨਰਕ ਸਿਧਾਵੈ। ਜਿਵੇਂ ਚੰਦੂ ਗਿਆ ਸੀ ਨਰਕਾਂ ਨੂੰ, ਇਹ ਵੀ ਜਾਏਗਾ। ਬਚਤ ਨਹੀਂ ਦੀਖਤ ਮਰ ਰਹਿ। ਵਿਧੀ ਚੰਦ, ਅਸੀਂ ਮਾਰਨਾ ਤਾਂ ਨਹੀਂ ਚਾਹੁੰਦੇ, ਪਰ ਇਹਦੇ ਲੱਛਣ ਮਰਵਾਉਣਗੇ ਇਹਨੂੰ। ਇਹਦੀ ਬੋਲੀ ਮਰਵਾਏਗੀ। ਬੰਦੇ ਦੀ ਬੋਲੀ ਉਹਨੂੰ ਤਖਤ 'ਤੇ ਬਿਠਾ ਦਿੰਦੀ ਹੈ, ਅਤੇ ਬੰਦੇ ਦੀ ਬੋਲੀ ਉਹਨੂੰ ਤਖਤੇ 'ਤੇ ਖੜਾ ਕਰ ਦਿੰਦੀ। ਤਖਤਾ ਮੈਨੇ ਫਾਂਸੀ ਦਾ। ਬੋਲੀ ਜ਼ੁਬਾਨ ਇੱਕ ਬੜੀ ਵੱਡੀ ਸ਼ਕਤੀ ਹੈ। ਸਿੱਧੀ ਬੋਲ ਮਿੱਠੇ ਪਿਆਰ ਦੇ ਅਤੇ ਤਖਤ 'ਤੇ ਬਿਠਾ ਦਿੰਦੇ, ਅਤੇ ਕੱਬਾ ਬੋਲ ਲਓ ਅਤੇ ਨਰਕ ਬਣਾ ਦਿੰਦੇ, ਜ਼ਿੰਦਗੀ ਮੌਤਾਂ ਦੇ। ਦ੍ਰੋਪਦੀ ਨੇ ਕਿਹਾ ਸੀ ਅੰਨੇ ਦਾ ਅੰਨਾ, ਅਤੇ 2 ਬੋਲਾਂ ਨੇ ਮਹਾਭਾਰਤ ਕਰਵਾਤਾ ਸੀ। ਕਿੱਡਾ ਵੱਡਾ ਜੰਗ ਹੋਇਆ ਸੀ। ਬੋਲ ਬੜਾ ਅਸਰ ਰੱਖਦੇ ਹੈ। ਚੰਗੇ ਬੋਲ, ਮਾੜੇ ਬੋਲ। ਸਾਧ ਸੰਗਤ ਜੀ, ਇਹ ਜਦੋਂ ਵੀ ਬੋਲੀਏ, ਬੈਤਾਲ ਕਹੈ ਬਿਕਰਮ ਸੁਣੋ, ਜੀਭ ਸੰਭਾਰੇ ਬੋਲੀਏ। ਬੈਤਾਲ ਕਹੈ ਬਿਕਰਮ ਸੁਣੋ। ਬਿਕਰਮ ਬੈਤਾਲ ਦੀ ਕਹਾਣੀ ਸੁਣੀ ਹੋਣੀ ਤੁਸੀਂ। ਕਹਿੰਦੇ ਬੈਤਾਲ ਨੇ ਬਿਕਰਮ ਰਾਜੇ ਨੂੰ ਸਿੱਖਿਆ ਦਿੱਤੀ ਸੀ। ਕਹਿੰਦਾ ਜਦੋਂ ਵੀ ਬੋਲੋ ਤੋਲ ਕੇ ਬੋਲੋ, ਕੋਈ ਇਹੋ ਜਿਹਾ ਬੋਲ ਬੋਲੀਏ ਵੀ ਸਾਰੀ ਦੁਨੀਆ ਲੜ ਕੇ ਮਰ ਜੇ ਨਾ, ਇੱਦਾਂ ਦਾ ਬੋਲ ਨਹੀਂ। ਮਹਾਰਾਜ ਕਹਿੰਦੇ ਭਗਵਾਨ ਦਾਸ ਘੇਰੜ ਦੀ ਬੋਲੀ ਮਰਵਾਏਗੀ ਇਸ ਨੂੰ। ਆਜ ਕਾਲ ਮਹਿ ਮ੍ਰਿਤ ਕੋ ਲਹੈ। ਅੱਜ ਕੱਲ੍ਹ ਇਹ ਮਰਨ ਵਾਲਾ ਹੀ ਹੈ, ਬਸ ਹੁਣ ਇਹਦੀ ਤਿਆਰੀ ਹੈ। ਇਮ ਕਹਿ ਮੌਨ ਕਰੀ ਜਗਨਾਥ। ਇੱਦਾਂ ਮਹਾਰਾਜ ਕਹਿ ਕੇ ਚੁੱਪ ਕਰ ਗਏ। ਇਹ ਨਹੀਂ ਕਿਹਾ ਵੀ ਮਾਰ ਦਿਓ, ਕਹਿੰਦੇ ਆਪੇ ਹੀ ਮਰੇਗਾ। ਇਹਨੇ ਆਪਣੀ ਕਰਨੀ ਤੋਂ ਹੀ ਮਰਨਾ, ਕਰਤੂਤਾਂ ਤੋਂ ਹੀ ਮਰਨਾ। ਬਨਹਿ ਕੋਟ ਬੜ ਤੂਰਨ ਸਾਥ। ਤੁਸੀਂ ਕਿਲ੍ਹਾ ਬਣਾਓ, ਆਪਣਾ ਕੰਮ ਕਰੋ। ਸਿੰਘਾਂ ਨੂੰ ਕਹੋ ਵੀ ਫਟਾਫਟ ਇੱਟਾਂ ਲਾਈ ਜਾਣ, ਪੱਥਰ ਲਿਆਈ ਜਾਣ, ਮਿੱਟੀ ਲਾਈ ਜਾਣ, ਗਾਰਾ ਚੂਨਾ ਜੋ ਵੀ ਹੈ, ਛੇਤੀ ਛੇਤੀ ਕਿਲ੍ਹਾ ਤਿਆਰ ਕਰ ਦਿਓ। ਮਾਨਵ ਲੱਗੇ ਕਾਰ ਸਮੁਦਾਇ। ਗੁਰੂ ਕੇ ਸਿੱਖ ਲੱਗੇ ਕੰਮ ਕਰਨ, ਸੇਵਾ ਕਰਨ। ਪਿੰਡਾਂ ਤੋਂ ਮਜ਼ਦੂਰ ਵੀ ਲੈ ਆਂਦੇ, ਸੰਗਤਾਂ ਵੀ ਆ ਗਈਆਂ, ਫੌਜਾਂ ਵੀ ਲੱਗ ਗਈਆਂ, ਸਾਰੇ ਲੱਗੇ ਆ। ਗੁਰੂ ਸਾਹਿਬ ਦਾ ਕਿਲ੍ਹਾ ਬਣ ਰਿਹਾ। ਹਾਂਜੀ, ਖਰੇ ਸਿੱਖ ਕਹਿ ਕਹਿ ਬਨਵਾਏ। ਗੁਰੂ ਕੇ ਸਿੱਖ ਮੁਖੀ ਗੁਰੂ ਘਰ ਦੇ ਮਸੰਦ ਕੋਲ ਖੜ ਕੇ ਉਹ ਬਣਵਾ ਰਹੇ। ਇੱਦਾਂ ਬਣਾਓ, ਕਾਰੀਗਰ ਬਣਾਈ ਜਾਂਦੇ ਆ। ਕੰਧ ਬਣ ਰਹੀ ਹੈ। ਸੁਨ ਮਿਹਨਤ ਨਰ ਆਵਤ ਧਾਈ। ਜਦੋਂ ਪਿੰਡਾਂ ਦੇ ਮਜ਼ਦੂਰਾਂ ਨੂੰ ਪਤਾ ਲੱਗਦਾ ਵੀ ਉੱਥੇ ਕੰਮ ਹੈ, ਉਹ ਦਿਹਾੜੀ ਲੈਣ ਲਈ, ਮਿਹਨਤ ਲੈਣ ਲਈ, ਕੰਮ ਲੈਣ ਲਈ ਆਈ ਜਾਂਦੇ ਆ। ਅਤੇ ਗੁਰੂ ਸਾਹਿਬ ਸਾਰੇ ਮਜ਼ਦੂਰਾਂ ਨੂੰ ਕੰਮ ਦੇ ਰਹੇ, ਫਟਾਫਟ ਬਈ ਲੱਗੇ ਰਹੋ, ਦਿਨ ਰਾਤ ਲੱਗੇ ਰਹੋ, ਕੰਮ ਛੇਤੀ ਮੁਕਾ ਦਿਓ। ਅਤੇ ਖਜ਼ਾਨਾ ਗੁਰੂ ਦਾ ਖੁੱਲ੍ਹਾ। ਮਹਾਰਾਜ ਸਾਰਿਆਂ ਨੂੰ ਮਜ਼ਦੂਰੀ ਦਿੰਦੇ, ਪੈਸੇ ਦਿੰਦੇ।
ਹਾਂਜੀ। ਵਿਧੀ ਚੰਦ ਕਹਿ ਸਭਨ ਲਗਾਈ। ਭਾਈ ਬਿਧੀ ਚੰਦ ਹਰ ਮਜ਼ਦੂਰ ਨੂੰ ਵੀ ਮਜ਼ਦੂਰ ਵੀ ਲੱਗ ਗਏ, ਸੰਗਤਾਂ ਵੀ ਲੱਗ ਗਈਆਂ, ਯੋਧੇ ਵੀ ਲੱਗ ਗਏ, ਕੰਮ ਛੇਤੀ ਹੋ ਰਿਹਾ ਹੈ। ਹਾਂਜੀ। ਤਿਸ ਦਿਨ ਕੇਤਕ ਹੋਈ ਅਸ ਤਿਆਰ। ਉਸ ਦਿਨ ਜੋ ਕਾਫੀ ਕਿਲਾ ਬਣ ਗਿਆ, ਕਿੰਨੀ ਵੱਡੀ ਦੀਵਾਰ ਬਣ ਗਈ। ਸੰਧਿਆ ਲਗ ਭਈ ਸ਼ੀਘਰ ਸੋਕਾਰ। ਸਵੇਰ ਦੇ ਲੱਗੇ ਸ਼ਾਮ ਤਾਈਂ ਕਾਫੀ ਕੰਮ ਨਿਬੇੜ ਦਿੱਤਾ, ਫਟਾਫਟ ਹੱਲੇ ਦੇ ਨਾਲ ਹੀ ਕਰ ਦਿੱਤਾ। ਬਰੀ ਨਿਸਾ ਤੇ ਸਭ ਪਰ ਸੋਏ। ਰਾਤ ਪਈ, ਸਾਰੇ ਆਪਣੇ ਆਪਣੇ ਆਸਣਾਂ ਤੇ ਸੁੱਖ ਨਾਲ ਸੁੱਤੇ। ਜਾਗੇ ਬਹੁਰ ਪ੍ਰਾਤ ਕੋ ਜੋਏ। ਅਗਲੇ ਦਿਨ ਸਵੇਰੇ ਅੰਮ੍ਰਿਤ ਵੇਲੇ ਸਾਰੇ ਜਾਗੇ। ਹੋਣ ਲਗਿਓ ਤੈਸੇ ਤਬ ਕਾਜ। ਫੇਰ ਕੰਮ ਸੇਵਾ ਸ਼ੁਰੂ ਹੋ ਗਈ। ਉਹ ਕਿਲੇ ਦੀ ਦੀਵਾਰ ਬਣਨ ਲੱਗ ਪਈ। ਫੇਰਿਓ ਫਿਰ ਕਰ ਗੁਰ ਮਹਾਰਾਜ। ਮਹਾਰਾਜ ਆਪ ਸੱਚੇ ਪਾਤਸ਼ਾਹ ਕਿਲਾ ਵੇਖਣ ਗਏ। ਮੀਰੀ ਪੀਰੀ ਦੇ ਮਾਲਕ ਸਤਿਗੁਰੂ ਮਹਾਰਾਜ ਜੀ ਸਾਰਾ ਕਿਲਾ ਬਣਦਾ ਹੋਇਆ ਆਪ ਦੇਖ ਰਹੇ ਹਨ। ਸ਼੍ਰੀ ਮੁਖ ਤੇ ਸਭ ਕੋ ਫੁਰਮਾਇਓ। ਸਤਿਗੁਰੂ ਜੀ ਨੇ ਆਪਣੇ ਸੁਭਾਏ ਮਾਨ ਮੁਖ ਤੋਂ ਇਉਂ ਬਚਨ ਕੀਤੇ। ਕਰਿਓ ਤਿਆਰ ਜਨ ਬਨਿਓ ਬਨਾਇਓ। ਮਹਾਰਾਜ ਕਹਿੰਦੇ ਜੋਧਿਓ ਤੁਸੀਂ ਤੇ ਕੱਲ ਕਮਾਲ ਹੀ ਕਰਤੀ ਹੈ, ਇੱਕ ਦਿਨ 'ਚ ਇੰਨਾ ਕਿਲਾ ਬਣਾਤਾ ਜਿਵੇਂ ਪਹਿਲਾਂ ਹੀ ਬਣਿਆ ਹੋਵੇ। ਕਰਿਓ ਤਿਆਰ ਜਨ ਬਣਿਓ ਬਣਾਇਓ। ਇਹਦੇ ਬਣਿਆ ਬਣਾਇਆ ਹੀ ਮਿਲ ਗਿਆ ਹੋਵੇ ਜਿਵੇਂ। ਇੰਨੀ ਤੁਸੀਂ ਸਾਧ ਸੰਗਤ ਜੀ ਜਿੱਥੇ ਸੱਚੀ ਭਾਵਨਾ ਹੋਵੇ, ਇਰਾਦਾ ਨੇਕ ਹੋਵੇ, ਉੱਥੇ ਕੁਦਰਤ ਸਹਾਇਤਾ ਕਰਦੀ ਹੈ। ਗੁਰੂ ਨਾਨਕ ਮਿਹਰਾਂ ਕਰਦਾ ਤੇ ਕੰਮ ਫਤਿਹ ਹੁੰਦੇ ਆ। ਕੰਮ ਲਟਕਦੇ ਨਹੀਂ ਹੁੰਦੇ ਜਿੱਥੇ ਇਰਾਦੇ ਨੇਕ ਹੋਣ। ਹਾਂਜੀ। ਦਿਓ ਦਰਬ ਦੁਗਣੀ ਸੋ ਮਜ਼ੂਰੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੁੱਗਣੀ ਮਜ਼ਦੂਰੀ ਦਿਓ ਸਾਰਿਆਂ ਨੂੰ। ਜੇ ਕਿਸੇ ਦਾ 8 ਆਨੇ ਦਿਹਾੜੀ ਉਹਨੂੰ ਰੁਪਈਆ ਦਿਓ, ਜੇ ਰੁਪਈਆ ਉਹਨੂੰ 2 ਰੁਪਈਏ ਦਿਓ। ਹਾਂਜੀ। ਲੈ ਸਭ ਕਰਤ ਪ੍ਰੇਮ ਤੇ ਰੂਰੀ। ਪ੍ਰੇਮ ਦੇ ਨਾਲ ਸੇਵਾ ਹੋ ਰਹੀ ਹੈ ਤੇ ਮਜ਼ਦੂਰ ਦਿਹਾੜੀਦਾਰ ਮਿਸਤਰੀ ਲੱਗੇ ਹੋਏ ਨੇ। ਸਤਿਗੁਰ ਬੈਠੇ ਲਾਏ ਦੀਵਾਨ। ਮਹਾਰਾਜ ਮੀਰੀ ਪੀਰੀ ਦੇ ਮਾਲਕ ਪਾਤਸ਼ਾਹ ਦੀਵਾਨ ਲਾ ਕੇ ਬੈਠ ਗਏ ਨੇ। ਨਿਕਟ ਸੁਪਟ ਗਨ ਜੇ ਸਵਧਾਨ। ਸੂਰਬੀਰ ਯੋਧੇ ਸ਼ਸਤਰ ਧਾਰੀ ਭਾਈ ਬਿਧੀ ਚੰਦ ਭਾਈ ਜੇਠਾ ਜੀ ਵਰਗੇ ਤਿਆਰ ਬਰ ਤਿਆਰ ਹੋ ਕੇ ਸ਼ਸਤਰ ਲੈ ਕੇ ਦੀਵਾਨ 'ਚ ਬੈਠੇ ਨੇ। ਜਾਮ ਦਿਵਸ ਜਬ ਚੜ ਕਰ ਆਇਓ। ਜਦੋਂ ਸਾਧ ਸੰਗਤ ਜੀ ਪਹਿਰ ਦਿਨ ਚੜ ਆਇਆ, ਘੇਰੜ ਦੇਖਿਓ ਲੀਨ ਬਨਾਇਓ। ਭਗਵਾਨ ਦਾਸ ਘੇਰੜ ਨੇ ਵੇਖਿਆ ਇਹ ਤੇ ਰੁਕੇ ਨਹੀਂ। ਮੈਂ ਤੇ ਰਾਤੀ ਕਹਿ ਕੇ ਆਇਆ ਸੀ ਵੀ ਸਵੇਰੇ ਚਲੇ ਜਾਇਆ ਜੇ, ਦਿਨ ਜਿਹੜੇ ਤੋਂ ਪਹਿਲਾਂ, ਤੇ ਮੈਂ ਕੰਧ ਢਵਾ ਦਿਆਂਗਾ। ਇਹ ਕੰਧ ਢਵਾਉਣ ਵਾਲੀ ਗੱਲ ਹੈ ਤੇ ਦੁਬਾਰਾ ਫਿਰ ਲੱਗ ਗਏ ਨੇ ਤੇ ਫਿਰ ਹੋਰ ਉੱਚਾ ਕਰਨ ਲੱਗੇ ਨੇ ਕਿਲਾ। ਅਧਿਕ ਕ੍ਰੋਧ ਤੇ ਪੂਰਨ ਹੋਇਓ। ਇਹ ਤਾਂ ਹਟੇ ਹੀ ਨਹੀਂ ਕੰਮ ਕਰਨ ਤੋਂ। ਇਹ ਤਾਂ ਕੰਧਾਂ ਬਣਾਈ ਜਾਂਦੇ ਨੇ, ਇਹ ਤਾਂ ਕਿਲਾ ਉਸਾਰੀ ਜਾਂਦੇ ਨੇ, ਮੇਰੇ ਪਿੰਡ ਨੂੰ ਘੇਰੀ ਜਾਂਦੇ ਨੇ। ਤਾਂ ਕ੍ਰੋਧ ਨਾਲ ਭਰ ਗਿਆ ਭਗਵਾਨ ਦਾਸ, ਲਾਲ ਪੀਲਾ ਹੋ ਗਿਆ। ਗੁਰ ਇਰਖਾ ਦੁਖ ਹਿਰਦਾ ਪਰੋਇਓ। ਗੁਰੂ ਘਰ ਦਾ ਇਹ ਈਰਖਾਲੂ ਵੈਰੀ ਕ੍ਰੋਧ ਦੇ ਨਾਲ, ਈਰਖਾ ਦੇ ਨਾਲ ਲਾਲ ਪੀਲਾ ਹੋ ਗਿਆ। ਮਹਾਪ੍ਰਤਾਪ ਦੀਪ ਸਮਝਾਨਾ। ਆਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਮਹਾਪ੍ਰਤਾਪੀ ਸੂਰਜ ਨੂੰ ਇਹਨੇ ਦੀਵਾ ਸਮਝ ਲਿਆ। ਭਾਈ ਸਾਹਿਬ ਜੀ ਕਹਿੰਦੇ ਮਹਾਪ੍ਰਤਾਪ ਹੁੰਦਾ ਸੂਰਜ ਦਾ, ਉਹਨੂੰ ਸਮਝ ਲਿਆ ਵੀ ਦੀਵਾ ਹੀ ਹੈ, ਕੋਈ ਗੱਲ ਨਹੀਂ। ਇਹਨੇ ਕੱਖਾਂ ਦੀ ਅੱਗ ਸਮਝ ਲਿਆ ਗੁਰੂ ਸਾਹਿਬ ਜੀ ਨੂੰ। ਹਾਂਜੀ। ਪਰਬੇ ਚਹਿ ਪਤੰਗ ਸਮਾਨਾ। ਤੇ ਇਹ ਉਹਦੇ 'ਚ ਪਤੰਗੇ ਦੀ ਤਰ੍ਹਾਂ ਸੜਨ ਲਈ ਤਿਆਰ ਵੀ ਹੋ ਗਿਆ। ਹਾਂਜੀ। ਸ਼ਾਹੋ ਜਹਾਂ ਬਲ ਤੇ ਗਰਬੰਤਾ। ਇਹਨੂੰ ਮਾਣ ਸੀਗਾ ਆਪਣੇ ਬਾਦਸ਼ਾਹ ਦਾ ਵੀ ਮੈਂ ਬਾਦਸ਼ਾਹ ਤੱਕ ਮੇਰੀ ਪਹੁੰਚ ਹੈ, ਸ਼ਾਹਜਹਾਨ ਨਾਲ ਮੇਰੀ ਗੱਲਬਾਤ ਹੈ। ਜੇ ਮੈਂ ਕੋਈ ਚਿੱਠੀ ਪੱਤਰ ਪਾਵਾਂ ਬਾਦਸ਼ਾਹ ਪੜ੍ਹਦਾ ਹੈ, ਜੇ ਮੈਂ ਆਪ ਜਾ ਕੇ ਬਾਦਸ਼ਾਹ ਕੋਲ ਖਲੋਵਾਂ ਤੇ ਬਾਦਸ਼ਾਹ ਮੇਰੀ ਗੱਲ ਸੁਣਦਾ। ਚੰਦੂ ਦਾ ਮੈਂ ਕੁੜਮਾ ਤੇ ਬਾਦਸ਼ਾਹ ਸ਼ਾਹਜਹਾਨ ਨਾਲ ਮੇਰੀ ਬੈਠਣ ਉੱਠਣ। ਇਸ ਗੱਲ ਦਾ ਮਾਣ ਸੀ ਭਗਵਾਨ ਦਾਸ ਨੂੰ। ਕਾਲ ਨਿਕਟ ਭਾ ਨਹੀਂ ਲਖੰਤਾ। ਪਰ ਇਹਨੂੰ ਇਹ ਨਹੀਂ ਸੀ ਪਤਾ ਵੀ ਕਾਲ ਨੇੜੇ ਆ ਗਿਆ। ਵਿਦਵਾਨਾਂ ਨੇ ਸਾਰ ਕਿਤਾਬੜੀ 'ਚ ਲਿਖਿਆ ਵੀ ਜਦੋਂ ਕਿਸੇ ਦੇ ਦਿਨ ਮਾੜੇ ਆ ਜਾਣ, ਉਦੋਂ ਨਾ ਤੇ ਉਹਦਾ ਕੋਈ ਸੱਜਣ ਮਿੱਤਰ ਰਿਸ਼ਤੇਦਾਰ ਉਹਦੀ ਸਹਾਇਤਾ ਕਰ ਸਕਦਾ, ਨਾ ਕੋਈ ਡਾਕਟਰ ਵੈਦ ਕੋਈ ਦਵਾਈ ਉਹਦਾ ਭਲਾ ਕਰ ਸਕਦੀ ਹੈ, ਤੇ ਨਾ ਕਹਿੰਦੇ ਉਹਦਾ ਕੋਈ ਮੰਤਰ ਜੰਤਰ ਉਹਦਾ ਕੋਈ ਨਹੀਂ ਚੱਲਦਾ, ਜਾਦੂ ਟੂਣਾ ਵੀ ਕੋਈ ਨਹੀਂ ਚੱਲਦਾ। ਦਿਨ ਪੂਰੇ ਹੋ ਗਏ। ਹੁਣ ਭਗਵਾਨ ਦਾਸ ਦੇ ਦਿਨ ਪੂਰੇ ਹੋ ਗਏ, ਮੌਤ ਨੇੜੇ ਆ ਗਈ ਹੈ। ਤੇ ਹੁਣ ਕੋ ਰਖਸ਼ਕ ਨਹਿ ਤਾਏ, ਜੋ ਨਰ ਪੀੜਤ ਕਾਲ ਕਰ ਕੋ ਰਖਸ਼ਕ ਨਹਿ ਤਾਏ। ਕਹਿੰਦੇ ਜਿਹੜਾ ਕਾਲ ਦਾ ਪੰਜਾ ਪੈਣਾ ਜਦੋਂ, ਉਦੋਂ ਫਿਰ ਨਹੀਂ ਕੋਈ ਰਾਖੀ ਕਰ ਸਕਦਾ। ਹੁਣ ਕਾਲ ਇਹਦੇ ਸਿਰ ਤੇ ਆ ਗਿਆ, ਮੌਤ ਇਹਦੇ ਸਿਰ ਤੇ ਆ ਗਈ। ਆਏ ਹੋ ਚੱਲ ਕਰ ਸ਼੍ਰੀ ਗੁਰ ਓਰੀ। ਇਹ ਫਿਰ ਨਾ ਮੌਤ ਦਾ ਪ੍ਰੇਰਿਆ ਹੋਇਆ ਸਤਿਗੁਰੂ ਪਾਤਸ਼ਾਹ ਦੇ ਦੀਵਾਨ ਵੱਲ ਤੁਰਿਆ ਆਉਂਦਾ। ਥੂਲ ਪਾਗ ਸਿਰ ਹੱਥ ਸਟੋਰੀ। ਇਹਦੇ ਹੱਥ ਸੋਟੀ ਫੜੀ ਹੋਈ ਹੈ ਤੇ ਪੱਗ ਇਹਨੇ ਸਿਰ ਦੇ ਉੱਤੇ ਢਿੱਲੀ ਜੀ ਬੰਨੀ ਹੋਈ ਹੈ, ਸ਼ਮਲੇ ਵਾਲੀ ਕੁੱਲੇ ਵਾਲੀ।
ਲਾਲਿਆਂ ਵਰਗੀ ਪੱਗ ਬੰਨੀ ਹੋਈ ਤੇ ਕੁੱਲਾ ਕੱਢਿਆ ਹੋਇਆ ਤਿੱਲੇਦਾਰ, ਤੇ ਜੁੱਤੀ ਵੀ ਇਹਨੇ ਪਾਈ ਤਿੱਲੇ ਵਾਲੀ, ਤੇ ਧੋਤੀ ਜੀ ਬੰਨੀ, ਗੋਗੜ ਛੱਡੀ ਹੋਈ, ਤੇ ਢਿਲਕੂ ਜਿਹਾ ਕਰਦਾ, ਤੇ ਕ੍ਰੋਧ ਨਾਲ ਲਾਲ ਪੀਲਾ ਹੋਇਆ, ਬੁੜ ਕਰਦਾ ਹੋਇਆ ਸਤਿਗੁਰੂ ਸਾਹਿਬ ਜੀ ਮਹਾਰਾਜ 6ਵੇਂ ਪਾਤਸ਼ਾਹ ਦੇ ਦੀਵਾਨ ਵੱਲ ਤੁਰਿਆ ਹੁੰਦਾ। ਮਹਾਮੂੜ ਕੁੜਿਆਰ ਕੁਪੱਤਾ। ਭਾਈ ਸਾਹਿਬ ਕਹਿੰਦੇ ਮਹਾ ਮੂਰਖ ਹੈ, ਕੂੜਿਆ, ਰੱਜ ਕੇ ਸਾਰੀ ਉਮਰ ਝੂਠ ਬੋਲਿਆ ਤੇ ਸੁਰਤ ਵਿੱਚ ਝੂਠ ਹੀ ਵਸਿਆ ਹੋਇਆ, ਤੇ ਕੁਪੱਤਾ ਜਿਹੜੀ ਆਪਣੀ ਪੱਤ ਨਹੀਂ ਹੁੰਦੀ ਨਾ, ਉਹ ਦੂਜਿਆਂ ਦੀ ਵੀ ਪੱਤ ਲਾਹਣ ਦੀ ਕੋਸ਼ਿਸ਼ ਕਰਦਾ ਮਾੜਾ ਬੋਲ ਕੇ। ਜਿਹੜਾ ਬੰਦਾ ਚੱਜ ਨਾਲ ਬੋਲ ਨਹੀਂ ਸਕਦਾ ਉਹਨੂੰ ਕਹਿੰਦੇ ਨੇ ਕੁਪੱਤਾ, ਵੀ ਇਹ ਬੰਦਾ ਬੜਾ ਕੁਪੱਤ ਕਰਦਾ। ਕਹਿੰਦੇ ਵੀ ਇਹਨੂੰ ਬੋਲਣ ਦਾ ਪਤਾ ਨਹੀਂ, ਪੰਚਾਇਤ 'ਚ ਕਿਵੇਂ ਬੋਲਣਾ, ਸੱਜਣਾ ਮਿੱਤਰਾਂ ਨਾਲ ਕਿਵੇਂ ਗੱਲ ਕਰਨੀ, ਗੁਰੂਆਂ ਪੀਰਾਂ ਨਾਲ ਕਿਵੇਂ ਬੋਲਣਾ। ਮਹਾਮੂੜ ਕੁੜਿਆਰ ਕੁਪੱਤਾ, ਇਹ ਭਗਵਾਨ ਦਾਸ ਘੇਰੜ ਤੁਰਿਆ ਹੁੰਦਾ। ਚਹਤ ਨਿਕਟ ਜੈਬੇ ਚਵਗਤਾ। ਇਹ ਸਤਿਗੁਰੂ ਪਾਤਸ਼ਾਹ ਦੇ ਖਿਲਾਫ ਬਾਦਸ਼ਾਹ ਕੋਲ ਸ਼ਿਕਾਇਤ ਕਰਨ ਦੀਆਂ ਵੀ ਸੋਚੀ ਬੈਠਾ ਵੀ ਹੁਣ ਮੈਂ ਇਹਨਾਂ ਨੂੰ ਇੱਕ ਵਾਰੀ ਚੈਲੰਜ ਕਰਕੇ ਤੇ ਅੱਜ ਹੀ ਮੈਂ ਲਾਹੌਰ ਚਲਾ ਜਾਣਾ, ਤੇ ਮੈਂ ਬਾਦਸ਼ਾਹ ਕੋਲ ਜਾ ਕੇ ਫਰਿਆਦ ਕਰਨੀ ਇਹਨਾਂ ਦਾ, ਮੈਂ ਫਿਰ ਇਹਨਾਂ ਨੂੰ ਇੱਥੋਂ ਭਜਾਵਾਂਗਾ। ਇਸ ਕੋ ਅੱਜ ਡਰਾਉਂ ਵਿਸਾਲਾ। ਕਹਿੰਦਾ ਅੱਜ ਮੈਂ ਇਹਨੂੰ ਡਰਾ ਦਿਆਂ, ਜੇ ਅੱਜ ਮੇਰਾ ਡਰ ਮੰਨ ਕੇ ਚਲਾ ਗਿਆ ਠੀਕ ਹੈ, ਨਹੀਂ ਫਿਰ ਕੱਲ ਤੇ ਫਿਰ ਬਾਦਸ਼ਾਹ ਕੋਲ ਪਹੁੰਚਾਂਗਾ। ਜੇ ਸੁਣ ਕਰ ਜਾਵ ਹੈ ਕਰ ਟਾਲਾ। ਜੇ ਮੇਰੀ ਗੱਲ ਸੁਣ ਕੇ ਅੱਜ ਹੀ ਟਲ ਕੇ ਚਲਾ ਗਿਆ ਤੇ ਫਿਰ ਖਹਿੜਾ ਛੁੱਟਿਆ, ਫਿਰ ਮੈਨੂੰ ਫਰਿਆਦ ਕਰਨ ਦੀ ਲੋੜ ਨਹੀਂ। ਨਾਹੇ ਤਾਂ ਲਸ਼ਕਰ ਕੋ ਲੈ ਆਉਂ। ਨਹੀਂ ਤੇ ਫਿਰ ਫੌਜਾਂ ਲਿਆਵਾਂਗਾ। ਬਾਦਸ਼ਾਹ ਦਾ ਲਸ਼ਕਰ ਕਾਹਦੇ ਵਾਸਤੇ ਹੈ? ਇਹੋ ਜਿਹੇ ਜਿਹੜੇ ਬੰਦੇ ਡਾਕੂ ਖੂੰਖਾਰ ਲੜਾਕੇ ਹੁੰਦੇ ਨੇ, ਸਰਕਾਰ ਫੌਜ ਉਹਨਾਂ ਵਾਸਤੇ ਰੱਖਦੀ ਕਾਬੂ ਕਰਨ ਲਈ। ਇਹ ਮੇਰੀ ਜਗ੍ਹਾ ਤੇ ਡਾਕਾ ਮਾਰ ਰਿਹਾ ਗੁਰੂ, ਤੇ ਮੈਂ ਇੱਥੋਂ ਗੁਰੂ ਨੂੰ ਭਜਾਵਾਂਗਾ। ਪਰ ਧਰ ਰੋਕਨ ਫਲ ਦਿਖਰਾਉਂ। ਇਹਨੇ ਮੇਰੀ ਜਗ੍ਹਾ ਰੋਕੀ, ਆ ਕੇ ਮੇਰੇ ਪਿੰਡ ਤੇ ਕਬਜ਼ਾ ਕੀਤਾ, ਇਹਦਾ ਫਲ ਪਾਵੇਗਾ। ਗਹਿਓ ਜਾਏ ਕ ਮਾਰਗ ਜਾਈ। ਹਾਂ, ਕਹਿੰਦੇ ਜਾਂ ਫੜਿਆ ਜਾਏਗਾ, ਬਾਦਸ਼ਾਹ ਇਹਨੂੰ ਫੜ ਕੇ ਜੇਲ੍ਹ 'ਚ ਸੁੱਟੇਗਾ ਲੜਾਈ ਦੇ ਵਿੱਚ, ਜਾਂ ਇਹ ਮਾਰਿਆ ਜਾਵੇਗਾ। ਹਾਂਜੀ, ਆਗੇ ਰਹਿਓ ਸ਼ਾਹੋ ਰਿਸ ਪਾਈ। ਅੱਗੇ ਬਾਦਸ਼ਾਹ ਇਸ ਤੋਂ ਖਫਾ ਹੈ, ਬਾਦਸ਼ਾਹ ਅੱਗੇ ਹੀ ਇਹਦੇ ਤੇ ਗੁੱਸੇ ਹੈ, ਕਿਉਂਕਿ ਇਹਨੇ ਉਹਦੀ 7000 ਫੌਜ ਪਹਿਲਾਂ ਹੀ ਮਾਰ ਦਿੱਤੀ, ਤੇ ਬਾਦਸ਼ਾਹ ਬੜੀਆਂ ਕਚੀਚੀਆਂ ਲੈ ਰਿਹਾ ਵੀ ਕਿਹੜਾ ਵੇਲਾ ਹੋਵੇ ਤੇ ਮੈਂ ਗੁਰੂ ਹਰਗੋਬਿੰਦ ਕੋਲੋਂ ਪਿਛਲੀ ਲੜਾਈ ਦਾ ਬਦਲਾ ਲਵਾਂ। ਇਮਚਿਤ ਮਹਿਚਿਤ ਵਤ ਚਲ ਆਇਓ। ਇਸ ਤਰ੍ਹਾਂ ਸੋਚਦਾ ਹੋਇਆ, ਆਪਣੇ ਸੁਪਨੇ ਲੈਂਦਾ ਹੋਇਆ, ਘੇਰੜ ਭਗਵਾਨ ਦਾਸ ਮਹਾਰਾਜ ਸਾਹਿਬ ਦੇ ਦਰਬਾਰ 'ਚ ਆ ਗਿਆ। ਜਹਾਂ ਬੈਠ ਗੁਰਦੇਵ ਸੁਹਾਇਓ। ਜਿੱਥੇ ਮਹਾਰਾਜ ਮੀਰੀਆਂ ਪੀਰੀਆਂ ਦੇ ਮਾਲਕ ਮਹਾਬਲੀ ਜੋਧੇ ਤਖਤ ਤੇ ਬੈਠੇ ਹੋਏ ਹਨ। ਬੋਲਿਓ ਮੂਰਖ ਨਮੋ ਨਾ ਕੀਨੀ। ਮਹਾਰਾਜ ਨੂੰ ਆ ਕੇ ਫਿਰ ਅੱਜ ਕੋਈ ਰਾਮ ਸਲਾਮ ਨਹੀਂ ਕੀਤੀ, ਨਮਸਕਾਰ ਨਹੀਂ ਕੀਤੀ। ਉਹ ਖੁੰਡੀ ਜੀ ਥੱਲੇ ਮਾਰ ਕੇ ਤੇ ਗੁਰੂ ਸਾਹਿਬ ਨੂੰ ਇਉਂ ਬੋਲਿਆ, ਜਾਤ ਮਾਨ ਰਿਸ ਮਹਿਮਤ ਭੀਨੀ। ਕਹਿੰਦੇ ਆਪਣੀ ਜਾਤੀ ਦਾ, ਆਪਣੀ ਪਦਵੀ ਦਾ, ਆਪਣੇ ਅਹੁਦੇ ਦਾ ਹੰਕਾਰ ਹੈ, ਤੇ ਕ੍ਰੋਧ ਨਾਲ ਲਾਲ ਪੀਲਾ ਹੋਇਆ, ਅੱਖਾਂ ਲਾਲ ਕਰਕੇ ਗੁਰੂ ਸਾਹਿਬ ਨੂੰ ਬੋਲਿਆ, ਨਹੀਂ ਟਰਿਓ ਕਰਬੇ ਉਤਪਾਤ। ਕਹਿੰਦਾ ਫਿਰ ਤੂੰ ਨਹੀਂ ਟਲਿਆ, ਕਹਿੰਦਾ ਤੂੰ ਹਟਿਆ ਨਹੀਂ ਉਤਪਾਤ ਕਰਨ ਤੋਂ। ਹਾਂਜੀ, ਸਮਝੋ ਭਲੀ ਨਾ ਆਪਣੀ ਬਾਤ। ਤੂੰ ਟਿਕਿਆ ਨਹੀਂ, ਤੂੰ ਆਪਣਾ ਭਲਾ ਨਹੀਂ ਸੋਚਿਆ, ਫਿਰ ਤੈਨੂੰ ਲੱਗਦਾ ਆਪਣੀ ਜਾਨ ਪਿਆਰੀ ਕੋਈ ਨਹੀਂ। ਕਰਨ ਬੁਰਾ ਨਿਜ ਕੋ ਕਿਮ ਚਾਹਤ। ਤੂੰ ਆਪਣਾ ਬੁਰਾ ਕਿਉਂ ਕਰਨਾ ਚਾਹੁੰਦਾ? ਤੂੰ ਕਿਉਂ ਮੌਤ ਮੰਗਦਾ ਮੇਰੇ ਕੋਲੋਂ? ਹਾਂਜੀ, ਸਰਪ ਸ਼ੇਰ ਕੋ ਗਹਿਨ ਉਮਾਹਤ। ਤੂੰ ਸੱਪਾਂ ਨੂੰ ਸ਼ੇਰਾਂ ਨੂੰ ਹੱਥ ਪਾਉਣਾ, ਆਪਣੇ ਆਪ ਨੂੰ ਸ਼ੇਰ ਦੱਸਦਾ, ਕਹਿੰਦੇ ਮੈਂ ਬਾਦਸ਼ਾਹ ਦਾ, ਬਾਦਸ਼ਾਹ ਸ਼ਾਹਜਹਾਨ ਦਾ ਬੰਦਾ ਆ, ਤੂੰ ਇੱਕ ਸਾਧ ਹੈ, ਇਹ ਕਹਿਣਾ ਚਾਹੁੰਦਾ। ਕਹਿੰਦਾ ਵੀ ਤੂੰ ਮੈਨੂੰ ਹੱਥ ਪਾ ਰਿਹਾ ਸ਼ੇਰ ਨੂੰ। ਹਾਂਜੀ, ਕਿਉਂ ਚਾਹਤ ਨਿਜ ਪ੍ਰਾਨ ਨਹਾਨਾ। ਕਿਉਂ ਆਪਣੀ ਜਾਨ ਗਵਾਣੀ ਚਾਹੁੰਦਾ? ਮਮ ਜੀਵਤ ਕਿਮ ਬਸ ਹੈ ਸਥਾਨਾ। ਮੇਰੇ ਜਿਉਂਦਿਆਂ ਤੇਰਾ ਪਿੰਡ ਕਿਵੇਂ ਵਸ ਸਕਦਾ? ਪਿੰਡ ਮੇਰਾ ਰੋਹੇਲਾ ਪਿੰਡ ਹੈ, ਤੇ ਇਹਦਾ ਮਾਲਕ ਮੈਂ ਆ, ਇਹ ਸਾਰੇ ਪਿੰਡ ਮੇਰੇ ਨੇ, ਮਾਲ ਗੁਜ਼ਾਰੀ ਮੇਰੇ ਹੀ ਹੈ, ਬਾਦਸ਼ਾਹ ਨੇ ਮੈਨੂੰ ਦਿੱਤੇ ਹੋਏ ਨੇ, ਤੂੰ ਇਹਦੇ ਤੇ ਕਿਵੇਂ ਕਬਜ਼ਾ ਕਰ ਲੇਂਗਾ ਆ ਕੇ? ਸ਼ਾਹਜਹਾਂ ਕੋ ਸਮਝਤ ਨਾਹੀ। ਤੂੰ ਬਾਦਸ਼ਾਹ ਨੂੰ ਕੁਝ ਸਮਝਦਾ ਹੀ ਨਹੀਂ। ਬਾਦਸ਼ਾਹ ਹਿੰਦੁਸਤਾਨ ਦਾ ਬਾਦਸ਼ਾਹ, ਦੁਨੀਆ ਦੀ ਸਭ ਤੋਂ ਵੱਡੀ ਤਾਕਤ ਸੀ ਉਸ ਵੇਲੇ। ਅੱਜ ਕੱਲ੍ਹ ਜਿਵੇਂ ਅਮਰੀਕਾ ਹੈ, ਪਹਿਲਾਂ ਰਸ਼ੀਆ ਸੀ, ਪਹਿਲਾਂ ਇੰਗਲੈਂਡ ਸੀ, ਉਸ ਤੋਂ ਪਹਿਲਾਂ ਦਾ ਇਤਿਹਾਸ ਪੜ੍ਹੋ ਤੇ ਹਿੰਦੁਸਤਾਨ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਸੀ। ਮੁਗਲ ਬਾਦਸ਼ਾਹ ਕਿਸੇ ਨੂੰ ਅੱਖ ਥੱਲੇ ਨਹੀਂ ਸੀ ਲਿਆਉਂਦੇ, ਕਿਸੇ ਨੂੰ ਕੁਸਕਣ ਨਹੀਂ ਸੀ ਦਿੰਦੇ, ਦੂਜੇ ਮੁਲਕਾਂ ਨੂੰ ਵੀ ਨਹੀਂ ਸੀ ਕੁਸਕਣ ਦਿੰਦੇ, ਤੇ ਆਪਣੇ ਹੀ ਮੁਲਕ ਦੇ ਵਿੱਚ ਕੋਈ ਬਾਗੀ ਹੋ ਕੇ ਇਹੋ ਜਿਹਾ ਕੰਮ ਕਰ ਦੇਵੇ ਬਾਦਸ਼ਾਹ ਦੇ ਖਿਲਾਫ,
ਕਹਿੰਦੇ ਤੂੰ ਬਾਦਸ਼ਾਹ ਨੂੰ ਜਾਣਦਾ ਨਹੀਂ, ਨਾਹਕ ਮਰਹਿ ਕੈਦ ਕੇ ਮਾਹੀ। ਸਾਰੀ ਉਮਰ ਜੇਲ੍ਹ 'ਚ ਸੜਦਾ ਰਹੇਗਾ, ਕੈਦ ਵਿੱਚ ਹੀ ਮਰੇਗਾ। ਸ੍ਰੀ ਹਰਿ ਗੋਬਿੰਦ ਸੁਨਤ ਬਖਾਨਾ। ਭਗਵਾਨ ਦਾਸ ਦਾ ਇਹ ਦਬਕਾ ਸੁਣ ਕੇ ਮਹਾਰਾਜ ਬੋਲੇ ਗਰਜ ਕੇ, ਮਰਿਓ ਚਹਿਤ ਕਿਉ ਮੂੜ ਮਹਾਨਾ। ਮਹਾਰਾਜ ਕਹਿੰਦੇ ਲੱਗਦਾ ਮਰਨਾ ਤੇ ਤੂੰ ਚਾਹੁੰਦਾ, ਮੂਰਖਾ ਤੂੰ ਕਿਉਂ ਮਰਨਾ ਚਾਹੁੰਦਾ? ਜਿਹੜੀਆਂ ਗੱਲਾਂ ਉਹਨੇ ਮਹਾਰਾਜ ਨੂੰ ਪੁੱਛੀਆਂ ਸੀ ਨਾ ਵੀ ਤੂੰ ਕਿਉਂ ਮਰਨਾ ਚਾਹੁੰਦਾ, ਮਹਾਰਾਜ ਕਹਿੰਦੇ ਤੂੰ ਕਿਉਂ ਮਰਨਾ ਚਾਹੁੰਦਾ ਦੱਸ ਜਰਾ। ਹਾਂਜੀ, ਸ਼ਾਹ ਜਹਾਂ ਰਹਿ ਕੈ ਇਸ ਥਾਈ। ਮਹਾਰਾਜ ਕਹਿੰਦੇ ਉਹ ਕਿਹੜਾ ਸ਼ਾਹਜਹਾਨ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਕਿਹੜੀ ਬਲਾ ਦਾ ਨਾਂ ਹੈ ਸ਼ਾਹਜਹਾਨ, ਕਿੱਥੇ ਰਹਿੰਦਾ? ਸ਼ਾਹਜਹਾਨ ਰਹਿ ਕਿਸ ਥਾਈ, ਕਿੱਥੇ ਰਹਿੰਦਾ ਸ਼ਾਹਜਹਾਨ ਕਹਿੰਦਾ। ਹਾਂਜੀ, ਮਾਰਿਓ ਮਰਹਿ ਕੂਰ ਬਿਨ ਆਈ। ਕਿਉਂ ਤੂੰ ਉਹ ਪਤਾ ਨਹੀਂ ਵਿਚਾਰਾ ਤੈਨੂੰ ਛੁਡਾਣ ਆਵੇ ਨਾ ਆਵੇ, ਤੂੰ ਐਵੇਂ ਇੱਥੇ ਸਾਡੇ ਕੋਲੋਂ ਮਾਰਿਆ ਜਾਏਗਾ। ਉਹ ਤੈਨੂੰ ਉਹ ਰਹਿੰਦਾ ਪਤਾ ਨਹੀਂ ਦਿੱਲੀ ਇਸ ਟਾਈਮ ਬੈਠਾ ਹੋਣਾ ਜਾਂ ਲਾਹੌਰ ਬੈਠਾ ਹੋਣਾ, ਤੂੰ ਸਾਡੇ ਕੋਲ ਹੈ ਤੇ ਇੱਥੇ ਤਾਂ ਇੱਕੋ ਹੀ ਚਪੇੜ ਪੈਣੀ ਹੈ, ਤੇਰਾ ਕੰਮ ਹੋ ਜਾਣਾ। ਮਹਾਰਾਜ ਕਹਿੰਦੇ ਤੂੰ ਅਣਿਆਈ ਮੌਤ ਮਰਨਾ ਚਾਹੁੰਦਾ। ਹਾਂਜੀ, ਪ੍ਰਾਨ ਉਬਾਰ ਦ੍ਰਿਸ਼ਟ ਤੇ ਟਰੋ। ਇੱਦਾਂ ਕਰ, ਆਪਣੀ ਜਾਨ ਸਲਾਮਤੀ ਲੈਣ ਵਾਪਸ ਚਲਾ ਜਾ, ਆਪਣੇ ਘਰ ਬੈਠ ਟਿਕ ਕੇ। ਤਾਂ ਅਸੀਂ ਤੈਨੂੰ ਕੁਛ ਨਹੀਂ ਕਹਿੰਦੇ, ਅਸੀਂ ਤਾਂ ਆਪਣੀ ਮੌਤ 'ਚ ਆਏ ਹਾਂ, 2-4 ਮਹੀਨੇ ਇੱਥੇ ਲੀਲਾ ਕਰਨੀ ਹੈ, ਸ਼ਿਕਾਰ ਖੇਡਣਾ, ਫਿਰ ਚਲੇ ਜਾਣਾ ਅਸੀਂ। ਤੂੰ ਆਪਣੀ ਜਾਨ ਲੈ ਕੇ ਆਪਣੇ ਘਰ ਜਾਂਦਾ ਬਣ, ਨਹਿ ਆਵਨ ਇਤ ਕੋ ਕਬ ਕਰੋ। ਤੇ ਮੁੜ ਕੇ ਇੱਥੇ ਦਰਬਾਰ 'ਚ ਨਾ ਆਵੀਂ, ਮਹਾਰਾਜ ਕਹਿੰਦੇ, ਕਿਉਂਕਿ ਅਸੀਂ ਤਾਂ ਛੁਡਾਈ ਜਾਵਾਂਗੇ। ਆ ਜਿਹੜੀਆਂ ਫੌਜਾਂ ਬੈਠੀਆਂ ਨੇ ਕਿਸੇ ਨੇ ਤੇਰਾ ਕੀਰਤਨ 16 ਮਿੰਟ 'ਚ ਹੀ ਪੜ੍ਹ ਦੇਣਾ। ਤੂੰ ਆਪਣੇ ਘਰ ਰਵੀਂ, ਹੁਣ ਕਿਸੇ ਸਿੱਖ ਦੇ ਢਾਏ ਨਾ ਚੜ ਜਾਈਂ। ਹਾਂਜੀ, ਸ਼ਾਹੋ ਭਰੋਸੇ ਮਹਿ ਮਰ ਜਾਹੈ। ਬਾਦਸ਼ਾਹ ਦੇ ਭਰੋਸੇ ਤੇ ਐਵੇਂ ਹੀ ਨਾ ਕਿਤੇ ਮਰ ਜਾਈਂ ਬਈ ਬਾਦਸ਼ਾਹ ਛੁਡਾ। ਬਾਦਸ਼ਾਹ ਕਿੱਥੇ ਆਏਗਾ ਤੈਨੂੰ ਛੁਡਾਉਣ, ਉਸ ਤੋਂ ਪਹਿਲਾਂ ਹੀ ਤੇਰਾ ਕਿਸੇ ਨੇ ਕੰਮ ਕਰ ਦੇਣਾ। ਹਾਂਜੀ, ਹਮ ਨਹਿ ਡਰ ਹੈ ਤੁਰਕ ਬਦ ਕਹਿ। ਤੇ ਬਾਕੀ ਜਿਹੜੇ ਸ਼ਾਹਜਹਾਨ ਦੀਆਂ ਤੂੰ ਧਮਕੀਆਂ ਦਿੰਦਾ, ਉਹਦੇ ਤੋਂ ਅਸੀਂ ਰੱਤੀ ਜਿੰਨਾ ਵੀ ਨਹੀਂ ਡਰਦੇ, ਉਹਦੀ ਅਸੀਂ ਨਹੀਂ ਪਰਵਾਹ ਕਰਦੇ। ਅਸੀਂ ਤੇ ਉਹੋ ਜਿਹਾ ਨੂੰ ਨੱਥ ਪਾਣੀ ਹੈ, ਉਹੋ ਜਿਹਾ ਨੂੰ ਤੇ ਅਸੀਂ ਸੋਧਾ ਲਾਣਾ, ਉਹਨਾਂ ਨੂੰ ਝਟਕਾਉਣ ਲਈ ਅਸੀਂ ਆਏ ਹਾਂ। ਅਵਤਾਰ ਸਾਡਾ ਹੋਇਆ ਹੀ ਇਸ ਕੰਮ ਲਈ। ਹਾਂਜੀ, ਸੁਨ ਘੇਰੜ ਕਰ ਕ੍ਰੋਧ ਬਖਾਨਤ। ਮਹਾਰਾਜ ਦੇ ਬਚਨ ਸੁਣ ਕੇ ਉਹਦਾ ਗੁੱਸਾ ਹੋਰ ਵੱਧ ਗਿਆ। ਭਗਵਾਨ ਦਾਸ ਘੇਰੜ ਕ੍ਰੋਧ ਵਿੱਚ ਆ ਕੇ ਬੋਲਿਆ, ਅਜਹੋ ਨ ਸ਼ਾਹੋ ਜਹਾਂ ਕੋ ਜਾਣਤ। ਮਹਾਰਾਜ ਕਹਿੰਦੇ ਕਿਹੜਾ ਸ਼ਾਹਜਹਾਨ, ਤੇ ਅੱਗੋਂ ਹੋਰ ਅੱਗ ਲੱਗੀ ਉਹਨੂੰ। ਕਹਿੰਦਾ ਤੂੰ ਅਜੇ ਵੀ ਨਹੀਂ ਜਾਣਦਾ ਸ਼ਾਹਜਹਾਨ ਨੂੰ। ਹਾਂਜੀ, ਜਿਸ ਤੇ ਆਦੀ ਰਾਤ ਪਲਾਇਓ। ਉਹ ਸ਼ਾਹਜਹਾਨ ਜਿਹਨੇ ਅੰਮ੍ਰਿਤਸਰ ਤੋਂ ਤੈਨੂੰ ਅੱਧੀ ਰਾਤ ਨੂੰ ਕੱਢ ਦਿੱਤਾ ਸੀ। ਕਹਿੰਦੇ ਹਾਂਜੀ, ਸਗਰੋ ਵਿਆਹ ਸਮਾਜ ਲੁਟਾਇਓ। ਤੇਰੀ ਬੇਟੀ ਦਾ ਵਿਆਹ ਸੀ ਤੇ ਸਾਰਾ ਕੁਝ ਉਹ 'ਚ ਬਰਬਾਦ ਹੋ ਗਿਆ ਸੀ ਲੜਾਈ 'ਚ। ਤੂੰ ਵਿਆਹ ਵੀ ਆਪਣੀ ਬੇਟੀ ਦਾ ਦੂਜੇ ਪਿੰਡ ਜਾ ਕੇ ਨਿਭਾਇਆ ਸੀ। ਹਾਂਜੀ, ਨੀਠ ਨੀਠ ਕਿਉਂ ਹੂੰ ਬਚ ਰਹਿਓ। ਪਤਾ ਨਹੀਂ ਕਿਹੜੀ ਤੇਰੀ ਕਿਸਮਤ ਚੰਗੀ, ਤੂੰ ਬਚ ਕੇ ਆ ਗਿਆ ਜਿਉਂਦਾ। ਹਾਂਜੀ, ਅੰਧਕਾਰੀ ਮਹਿ ਕਿਨ ਹੋ ਨ ਲਹਿਓ। ਹਨੇਰੇ ਵਿੱਚ ਪਤਾ ਨਹੀਂ ਤੂੰ ਨਿਕਲ ਆਇਆ ਉੱਥੋਂ। ਸੁਦਾ ਸਰੋਵਰ ਸਦਨ ਛਨਾਏ। ਤੇਰਾ ਅੰਮ੍ਰਿਤਸਰ ਵੀ ਖੋਹ ਲਿਆ ਉਹਨਾਂ ਨੇ, ਅੰਮ੍ਰਿਤਸਰ ਸਰੋਵਰ ਤੇ ਵੀ ਉਹਨਾਂ ਦਾ ਕਬਜ਼ਾ। ਹਾਂਜੀ, ਕੇਤਕ ਸਿੱਖ ਬਪਰੇ ਮਰਵਾਏ। ਤੇ ਕਿੰਨੇ ਸਿੱਖ ਵਿਚਾਰੇ ਮਰਵਾ ਲਏ। ਅਜਹੁ ਨ ਸਮਝਤ ਭਾ ਅਸਹਾਲ। ਅਜੇ ਤੈਨੂੰ ਬਾਦਸ਼ਾਹ ਦਾ ਨਹੀਂ ਪਤਾ, ਇੰਨਾ ਕੁਝ ਹੋ ਗਿਆ ਤੇਰੇ ਨਾਲ, ਤੂੰ ਬਾਦਸ਼ਾਹ ਤੋਂ ਅਜੇ ਵੀ ਨਹੀਂ ਡਰਦਾ। ਕਰਤ ਫਿਰਤ ਉਤਪਾਤ ਵਿਸਾਲ। ਅਜੇ ਵੀ ਉਤਪਾਤ ਝਗੜੇ ਕਰਦਾ ਫਿਰਦਾ, ਲੋਕਾਂ ਦੀਆਂ ਜ਼ਮੀਨਾਂ ਦੇ ਕਬਜ਼ੇ ਕਰਦਾ। ਅਬ ਕੈ ਸ਼ਾਹੋ ਨ ਛੋੜੈ ਤੋਹੀ। ਉਹ ਪਿੱਛੇ ਚਲੋ ਬਾਦਸ਼ਾਹ ਨੇ ਠੰਡੀ ਪਾ ਲਈ ਸੀ, ਐਤਕੀ ਬਾਦਸ਼ਾਹ ਨੇ ਠੰਡ ਨਹੀਂ ਰੱਖਣੀ, ਐਤਕੀ ਨਹੀਂ ਛੱਡਣਾ ਬਾਦਸ਼ਾਹ ਨੇ ਤੈਨੂੰ। ਪਹੁੰਚਨ ਦੇਹੋ ਨਿਕਟ ਅਬ ਮੋਹੀ। ਬਸ ਮੈਨੂੰ ਜਰਾ ਲਾਹੌਰ ਜਾ ਲੈਣ ਦੇ, ਇੱਕ ਵਾਰੀ ਬਾਦਸ਼ਾਹ ਕੋਲ ਪਹੁੰਚ ਲੈਣ ਦੇ, ਫਿਰ ਤੇਰੀ ਖੈਰ ਨਹੀਂ ਹੈ। ਸੁਨ ਸਤਗੁਰ ਬਹਰੋ ਸਮਝਾਵੈ। ਮਹਾਰਾਜ ਫੇਰ ਸਮਝਾਉਣ ਲੱਗੇ, ਹਮ ਤੋ ਸਮਝ ਰਹੇ ਜਮ ਭਾਵੈ। ਮਹਾਰਾਜ ਕਹਿੰਦੇ ਭਗਵਾਨ ਦਾਸ ਅਸੀਂ ਤੇ ਸਾਰਾ ਕੁਝ ਸਮਝਦੇ ਹਾਂ, ਹੁਣ ਕਰਤੇ ਪੁਰਖ ਦੀ ਖੇਡ ਨੂੰ ਵੇਖ ਰਹੇ ਹਾਂ। ਉਹ ਕਾਲ ਪੁਰਖ ਨੂੰ ਜੋ ਭਾ ਰਿਹਾ ਨਾ, ਉਹ ਵੇਖ ਰਹੇ ਹਾਂ ਰੰਗ ਕਰਤਾਰ ਦੇ ਅਸੀਂ। ਹਾਂਜੀ, ਸ਼ਾਹ ਜਹਾਂ ਸੰਗ ਮੇਰੋ ਝਗਰਾ। ਮਹਾਰਾਜ ਕਹਿੰਦੇ ਸਾਡਾ ਜੰਗ ਹੈ ਸ਼ਾਹਜਹਾਨ ਨਾਲ, ਸਾਡਾ ਖੰਡਾ ਖੜਕ ਰਿਹਾ ਸਾਨੂੰ ਪਤਾ, ਤੇ ਖੜਕਣਾ ਅਜੇ ਟਿਕਣਾ ਥੋੜਾ। ਇਹ ਉਹਨੇ ਨਹੀਂ ਛੇੜਿਆ, ਅਸੀਂ ਛੇੜਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸ਼ਾਹਜਹਾਨ ਨੇ ਨਹੀਂ ਛੇੜਿਆ, ਅਸੀਂ ਛੇੜਿਆ। ਕਿਉਂ? ਜੇ ਅਸੀਂ ਨਾ ਛੇੜਦੇ ਇਹਨੂੰ ਨੱਥ ਨਹੀਂ ਸੀ ਕੋਈ ਪਾਉਣ ਵਾਲਾ। ਇਹ ਰੋਜ਼ ਜ਼ੁਲਮ ਕਰਦਾ ਸੀ, ਜ਼ਾਲਮ ਨੂੰ ਅਸੀਂ ਚੈਲੰਜ ਕੀਤਾ, ਉਹਦਾ ਬਾਜ ਖੋਇਆ ਸੀ ਨਾ ਮਹਾਰਾਜ ਨੇ। ਕਿਉਂ ਖੋਇਆ ਸੀ? ਵੀ ਇਹਨੂੰ ਹੁਣ ਨੱਥ ਪਾਣੀ ਪੈਣੀ। ਇਹ ਜ਼ਾਲਮਾਂ ਨੂੰ ਦਾ ਜਿਹੜਾ ਇਹ ਵਰਤਾਰਾ ਹੈ, ਗਰੀਬਾਂ ਉੱਤੇ ਜ਼ੁਲਮ ਕਰਦੇ ਨੇ, ਆਪਣਾ ਹੁਕਮ ਚਲਾਉਂਦੇ ਨੇ, ਕਿਸੇ ਦੀ ਪਰਵਾਹ ਨਹੀਂ ਕਰਦੇ। ਮਾਰਨ ਗਊ ਗਰੀਬ ਨੂੰ ਧਰਤੀ ਉੱਪਰ ਪਾਪ ਬਿਥਾਰਾ। ਇਹਨਾਂ ਨੇ ਤਾਂ ਕੋਈ ਧਰਮ ਸਥਾਨ ਨਹੀਂ ਛੱਡਿਆ, ਕੋਈ ਦੀਨ ਇਮਾਨ ਨਹੀਂ ਛੱਡਿਆ। ਇਹਨਾਂ ਨੂੰ ਸੋਧਣਾ ਪੈਣਾ। ਮਹਾਰਾਜ ਕਹਿੰਦੇ ਜੰਗ ਸਾਡਾ ਛਿੜਿਆ ਹੋਇਆ ਤੇ ਅਸੀਂ ਇਹਨੂੰ ਬੰਦ ਵੀ ਨਹੀਂ ਕਰਨਾ।
ਹਾਂਜੀ ਸ਼ਾਹੋ ਲਖ ਹੈ ਕੈ ਸੋ ਹਮ ਸਗਰਾ। ਹਾਂ, ਬਾਦਸ਼ਾਹ ਜਾਣਦਾ, ਅਸੀਂ ਜਾਣਦੇ ਹਾਂ। ਜਿਹੜਾ ਸਾਡਾ ਉਹਦਾ ਝਗੜਾ ਨਾ, ਉਹ ਜਾਣੇ ਤੇ ਅਸੀਂ ਜਾਣੀ, ਅਸੀਂ ਨਿਬੇੜ ਲਾਂਗੇ ਆਪੇ। ਤੂੰ ਕਿਮ ਕਲਪਤ ਮੂੜ ਗਵਾਰ। ਤੂੰ ਕਿਹੜੇ ਸੁਪਨੇ ਲਈ ਜਾਂਦਾ ਮੂਰਖਾ? ਤੂੰ ਜਿਹੜੀਆਂ ਗੱਲਾਂ ਸੋਚੀ ਬੈਠਾ ਵੀ ਬਾਦਸ਼ਾਹ ਤੇਰੇ ਆਖੇ ਕੁਝ ਕਰੇਗਾ ਜਾਂ ਨਹੀਂ ਕਰੇਗਾ, ਉਹ ਤੂੰ ਐਵੇਂ ਸੁਪਨੇ ਨਾ ਲੈ। ਇਨ ਬਾਤਨ ਕੀ ਕਿਆ ਤੁਝ ਸਾਰ। ਤੈਨੂੰ ਕੀ ਸਾਰ ਹੈ ਇਹਨਾਂ ਗੱਲਾਂ ਦੀ? ਤੂੰ ਇਹ ਖੂਹ ਦਾ ਡੱਡੂ ਆ। ਸਾਡੀ ਹਿੰਦੁਸਤਾਨ ਦੇ ਬਾਦਸ਼ਾਹ ਨਾਲ ਟੱਕਰ ਹੈ, ਉਤੋਂ ਅਕਾਲ ਪੁਰਖ ਦਾ ਹੁਕਮ ਹੈ। ਉਹ ਰੱਬੀ ਗੈਬੀ ਹੁਕਮ ਦੇ ਵਿੱਚ ਖੇਡ ਚੱਲ ਰਹੀ ਹੈ। ਇਹ ਕੋਈ ਸੰਸਾਰੀ ਖੇਡ ਨਹੀਂ ਹੈ, ਇਹ ਦਰਗਾਹੀ ਖੇਡ ਹੈ। ਉੱਤੋਂ ਹੁਕਮ ਆਇਆ ਅਕਾਲ ਪੁਰਖ ਦਾ, ਪਰਮੇਸ਼ਰ ਦਾ, ਗੁਰੂ ਨਾਨਕ ਸਾਹਿਬ ਦਾ, ਤੇ ਅਸੀਂ ਖੰਡਾ ਚੁੱਕਿਆ। ਇਹਦੀ ਮੂਰਖਾ ਤੇਰੇ ਵਰਗਿਆਂ ਨੂੰ ਨਹੀਂ ਖਬਰ। ਛਿਮਾ ਧਰੀ ਅਬਲੋ ਤਵ ਉਪਰ। ਅਜੇ ਤੱਕ ਤੈਨੂੰ ਮਾਫ ਕਰੀ ਆਉਂਦੇ। 3 ਦਿਨ ਹੋ ਗਏ ਤੂੰ ਆ ਕੇ ਬਕਵਾਸ ਕਰਦਾ। ਪਹਿਲੇ ਦਿਨ ਆਇਆ, ਬੋਲ ਕੇ ਮਾੜਾ ਚੰਗਾ ਚਲਾ ਗਿਆ। ਦੂਜੇ ਦਿਨ ਹੋਰ ਜ਼ਿਆਦਾ ਬੋਲ ਕੇ ਚਲਾ ਗਿਆ। ਅੱਜ ਤੀਜੇ ਦਿਨ ਫਿਰ ਤੂੰ ਆ ਗਿਆ। ਹਾਂਜੀ, ਨਾਹੀਂ ਤਮਰ ਹੈ ਪਰ ਹੈ ਖਲ ਭੂ ਪਰ। ਜੇ ਤੂੰ ਬੋਲਣੋਂ ਨਾ ਹਟਿਆ, ਆਪਣੀ ਜ਼ਬਾਨ ਤੇ ਕੰਟਰੋਲ ਨਾ ਕੀਤਾ, ਤੇ ਕੋਈ ਸਿੱਖ ਤੇਰਾ ਉਂਝ ਹੀ ਭੋਗ ਪਾ ਦੇਗਾ, ਤੈਨੂੰ ਮਾਰ ਕੇ ਸੁੱਟ ਦੇਣਗੇ। ਹਾਂਜੀ, ਮੁਖ ਕੋ ਰੋਕ ਨਾ ਬੋਲ ਕਠੋਰਾ। ਆਪਣੀ ਜ਼ਬਾਨ ਤੇ ਕੰਟਰੋਲ ਕਰ, ਮੂੰਹ ਨੂੰ ਆਪਣੇ ਨੂੰ ਕਾਬੂ ਕਰ, ਕਠੋਰ ਨਾ ਬੋਲ। ਨਤ ਆਈ ਅਪਦਾ ਅਬ ਕੋਹਰਾ। ਨਹੀਂ ਤਾਂ ਸਮਝ ਤੇਰੇ ਸਿਰ ਮੁਸੀਬਤ ਆਈ ਖੜੀ ਹੈ। ਹੁਣ ਕੋਈ ਨਾ ਹੋਏ ਹਿਮਾਇਤ ਤੇਰੀ ਤੇਰੀ। ਕਿਸੇ ਨੇ ਮਦਦ ਨਹੀਂ ਕਰਨੀ। ਬਾਦਸ਼ਾਹ ਤੇ ਬੜੀ ਦੂਰ ਬੈਠਾ, ਇੱਥੇ ਕਿਸੇ ਬਾਦਸ਼ਾਹ ਨੇ ਨਹੀਂ ਅੱਪੜਨਾ ਜਦੋਂ ਤੇਰਾ ਕੰਮ ਹੋ ਜਾਣਾ। ਮਰ ਜਾ ਹੈ ਮੂਰਖ ਬਿਨ ਡੇਰੀ। ਬਿਨਾਂ ਦੇਰੀ ਦੇ ਮਰ ਜਾਏਗਾ ਤੂੰ। ਜੇ ਪੀਛੇ ਬੜ ਹੋਏ ਲੜਾਈ। ਜੇ ਪਿੱਛੋਂ ਲੜਾਈ ਹੋਵੇਗੀ ਤੇਰੇ ਮਰਨ ਤੋਂ, ਤੈਨੂੰ ਉਹਦਾ ਕੀ ਫਾਇਦਾ ਹੈ? ਜੇ ਤੂੰ ਮਰ ਗਿਆ ਤੇ ਪਿੱਛੋਂ ਜੰਗ ਹੋਏਗਾ, ਉਹ ਤੇ ਅਸੀਂ ਨਿਬੇੜਾਂਗੇ ਨਾ, ਤੂੰ ਤੇ ਨਹੀਂ ਹੋਏਗਾ। ਹਾਂਜੀ, ਤੋਹੇ ਕਹਾ ਨਹਿ ਪ੍ਰਾਨਨ ਪਾਈ। ਤੇਰੀ ਜਾਨ ਤਾਂ ਨਹੀਂ ਵਾਪਸ ਆ ਚੱਲੀ, ਤੂੰ ਤਾਂ ਨਹੀਂ ਜਿੰਦਾ ਹੋਣ ਲੱਗਾ। ਪਰੀ ਰਹਿ ਹੈ ਭੂਮੀ ਸਭ ਇਹਾਂ। ਇਹ ਜ਼ਮੀਨ ਸਾਰੀ ਇੱਥੇ ਪਈ ਰਹੇਗੀ। ਆ ਜਿਹੜੀ ਜ਼ਮੀਨ ਪਿੱਛੇ ਤੂੰ ਕਰ ਰਿਹਾ ਵੀ ਮੇਰੀ ਜ਼ਮੀਨ ਹੈ, ਮੇਰੀ ਜ਼ਮੀਨ ਹੈ, ਇੱਥੇ ਰਹਿ ਜਾਏਗੀ ਤੇ ਤੂੰ ਚੱਲਦਾ ਬਣੇਗਾ। ਗਏ ਤਿਆਗ ਸੇ ਗਨੀ ਹੈ ਕਹਾ। ਜਿਹੜੇ ਲੋਕ ਧਰਤੀ ਛੱਡ ਕੇ ਗਏ ਨੇ, ਬੜੇ ਬੜੇ ਰਾਜੇ ਮਹਾਰਾਜੇ, ਧਰਤੀ ਦੇ ਮਾਲਕ, ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਇਸ ਧਰਤੀ ਦੇ ਮਾਲਕ ਸੀਗੇ ਉਹ, ਪਰ ਉਹ ਧਰਤੀ ਦੇ ਵਿੱਚ ਦਫਨ ਹੋ ਚੁੱਕੇ ਨੇ। ਤੂੰ ਇਸ ਧਰਤੀ ਦਾ ਕੀ ਮਾਣ ਕਰਦਾ ਹੈ? ਤੁਵ ਛਿਤ ਤੁਵ ਟਿਕ ਰਹਿ ਸਦਾਮੂ। ਮਹਾਰਾਜ ਕਹਿੰਦੇ ਇਹ ਧਰਤੀ ਤੇਰੇ ਕੋਲ ਸਦਾ ਨਹੀਂ ਰਹਿਣੀ। ਕਰਹਿ ਕਿਤਕ ਦਿਨ ਹਮ ਬਿਸਰਾਮੂ। ਆ ਮਹਾਰਾਜ ਕਹਿੰਦੇ ਅਸੀਂ ਕੁਝ ਦਿਨ ਵਿਸਰਾਮ ਕਰਕੇ ਚਲੇ ਜਾਣਾ। ਅਸੀਂ ਕੋਈ ਤੇਰੀ ਧਰਤੀ ਤੇ ਪੱਕਾ ਕਬਜ਼ਾ ਕਰਨ ਨਹੀਂ ਆਏ। ਤੂੰ ਰਹਿ ਲਈ, ਤੂੰ ਬਾਅਦ 'ਚ ਰਹੀ ਜਾਈ। ਅਸੀਂ ਤਾਂ 4 ਮਹੀਨੇ ਚਮਾਸਾ ਹੈ, ਸਾਉਣ ਭਾਦੋਂ ਅੱਸੂ ਕੱਤੇ ਸ਼ਿਕਾਰ ਦਰਿਆ ਦੇ ਕੰਢੇ ਜ਼ਿਆਦਾ ਹੈ। ਅਸੀਂ ਸ਼ਿਕਾਰ ਖੇਡ ਕੇ ਤੇ ਜਦੋਂ ਚਮਾਸਾ ਨਿਕਲਿਆ ਅਸੀਂ ਵਾਪਸ। ਤੂੰ ਕਰੀ ਜਾਈ ਇੱਥੇ ਆਪਣੀ ਮਨਾਈਆਂ। ਅਸੀਂ ਤੈਨੂੰ ਕੀ ਕਹਿੰਦੇ ਆ? 4 ਮਹੀਨੇ ਰਹਿਣਾ। 4 ਮਹੀਨੇ ਲਈ ਅਸੀਂ ਬਲਗਣ ਕੀਤੀ ਹੈ। 4 ਮਹੀਨੇ ਅਸੀਂ ਆਪਣਾ ਆਸਣ ਰੱਖਣਾ, ਉਸ ਤੋਂ ਬਾਅਦ ਅਸੀਂ ਚਲੇ ਜਾਣਾ। ਤੂੰ ਰਹੀ ਜਾਈ, ਰਹਿਣਾ ਤਾਂ। ਰਾਖ ਮਾਲਕੀ ਆਪਨ ਸਦਾ। ਆਪਣੀ ਮਾਲਕੀ ਰੱਖੀ, ਆਪਣੀ ਮਾਲਗੁਜ਼ਾਰੀ ਬਣਾਈ ਰੱਖੀ। ਅਸੀਂ ਤੇਰੀ ਜ਼ਮੀਨ ਚੁੱਕ ਕੇ ਥੋੜਾ ਲੈ ਜਾਣੀ ਹੈ। ਹੋਏ ਆ ਗਵਨ ਹਮਾਰੋ ਕਦਾ। ਫਿਰ ਕਦੀ ਦਿਲ ਕਰੇ ਆ ਜਾਵਾਂਗੇ, ਦਿਲ ਕਰੇ ਨਹੀਂ ਆਵਾਂਗੇ। ਅਸੀਂ ਤਾਂ ਰੱਬ ਦੇ ਹੁਕਮ ਚੱਲਦੇ ਹਾਂ। ਜੇ ਉਹ ਕਹਿੰਦਾ ਜਾਓ ਕਿਤੇ ਚਲੇ ਜਾਂਦੇ ਹਾਂ, ਜੇ ਕਹਿੰਦਾ ਆ ਜਾਓ ਤੇ ਆ ਜਾਂਦੇ ਹਾਂ। ਅਸੀਂ ਤਾਂ ਉਹਦੇ ਹੁਕਮ 'ਚ, ਉਹਦੀ ਨੀਲੀ ਛੱਤ ਥੱਲੇ ਰਹਿਣਾ। ਅਸੀਂ ਜ਼ਮੀਨਾਂ ਦੇ ਮਾਲਕ ਨਹੀਂ ਬਣਨਾ। ਤੂੰ ਬਣਿਆ ਰਹੀ ਜ਼ਮੀਨ ਦਾ ਮਾਲਕ। ਜੋ ਨਿਜ ਭਲਾ ਚਾਹੈ ਕਰ ਟਾਰਾ। ਮਹਾਰਾਜ ਕਿੰਨਾ ਪਿਆਰ ਨਾਲ ਸਮਝਾ ਰਹੇ। ਕਹਿੰਦੇ ਜੇ ਆਪਣਾ ਭਲਾ ਚਾਹੁੰਦਾ, ਆ ਟਾਲਾ ਕਰ ਜਾ 2-4 ਮਹੀਨੇ। ਅਸੀਂ ਤੈਨੂੰ ਬਹੁਤਾ ਨਹੀਂ ਕਹਿੰਦੇ। 4 ਮਹੀਨੇ ਅਸੀਂ ਰਹਿ ਕੇ ਸ਼ਿਕਾਰ ਸ਼ਕੂਰ ਖੇਡਣਾ ਇੱਥੇ, ਫਿਰ ਅਸੀਂ ਵਾਪਸ ਹੋ ਜਾਣਾ ਤੇ ਬਸ ਫਿਰ ਤੂੰ ਰਹੀ ਜਾਈ। ਕਦੀ ਦਿਲ ਕਰੇ ਅਸੀਂ ਆ ਜਾ, ਨਹੀਂ ਦਿਲ ਕਰੇ ਨਹੀਂ ਆਵਾਂਗੇ। ਬੈਠ ਜਾਹ ਨਿਜ ਸਦਨ ਮਝਾਰਾ। ਆਪਣੇ ਘਰ ਬਹਿ ਆਰਾਮ ਨਾਲ ਰੋਟੀ ਪਾਣੀ ਖਾ, ਦੁੱਧ ਪੀ ਕੇ ਸੌਂ। ਤੇਰੀ ਅਸੀਂ ਜ਼ਮੀਨ ਦੇ ਮਾਲਕ ਨਹੀਂ ਬਣਦੇ। ਕਬਲੋ ਛਿਮਾਤਰ ਹੈ ਹਮ ਐਸੇ। ਪਰ ਜਿਹੜਾ ਤੂੰ ਇਹ ਰੋਜ਼ ਬੱਕੜਵਾਦ ਕਰਦਾ, ਬਕਵਾਸ ਕਰਦਾ, ਇਹ ਅਸੀਂ ਕਿੰਨਾ ਚਿਰ ਮਾਫ ਕਰਾਂਗੇ ਤੇਰਾ? ਕਿੰਨਾ ਚਿਰ? ਤੂੰ 3 ਦਿਨ ਹੋ ਗਏ ਨੇ ਇਹੀ ਇੱਕੋ ਹੀ ਗੱਲ ਕਰਦਾ, ਤੇ ਮਹਾਰਾਜ ਸਾਡੇ ਪਿਤਾ ਜੀ ਤੱਕ ਤੂੰ ਅੱਧਾ ਨਾਂ ਲੈ ਕੇ ਬੋਲਦਾ। ਹਾਂਜੀ, ਚੰਦਨ ਸੀਤਲ ਹੋਵਤ ਜੈਸੇ। ਹਾਂ, ਜਿਵੇਂ ਚੰਦਨ ਠੰਡਾ ਹੁੰਦਾ ਨਾ। ਹਾਂਜੀ, ਜੇ ਕਰਤ ਸਹਿ ਕਸਾਏ ਕਨੇਰੇ। ਪਰ ਜੇ ਉਸ ਚੰਦਨ ਨੂੰ ਰਗੜੀਏ ਨਾ, ਚੰਦਨ ਨੂੰ ਕਸਾਈਏ, ਹਾਂਜੀ, ਉਪਜਹ ਅਗਨੀ ਵਧ ਹੈ ਬਧੇਰੇ। ਅੱਗ ਉਹਦੇ ਚੋਂ ਵੀ ਨਿਕਲ ਆਉਂਦੀ ਹੈ। ਫਿਰ ਉਹ ਅੱਗ ਬਹੁਤ ਖਤਰਨਾਕ ਹੁੰਦੀ ਜਿਹੜੀ ਚੰਦਨ ਚੋਂ ਨਿਕਲਦੀ। ਹੁੰਦਾ ਤਾਂ ਠੰਡਾ, ਪਰ ਜੇ ਚੰਦਨ ਦੀ ਲੱਕੜੀ ਨੂੰ ਕਸਾਈਏ, ਕਸਾ ਕੇ ਉਹ ਚੋਂ ਅੱਗ ਨਿਕਲ ਆਉਂਦੀ। ਅਸੀਂ ਇਸ ਟਾਈਮ ਤਾਂ ਚੰਦਨ ਤੋਂ ਠੰਡੇ ਬੈਠੇ ਹਾਂ, ਪਰ ਜੇ ਤੂੰ ਕਸਾਣੋਂ ਨਾ ਹਟਿਆ ਤੇ ਫਿਰ ਚੰਡੀ ਪ੍ਰਗਟ ਹੋਏਗੀ, ਫਿਰ ਤੂੰ ਸੜ ਜਾਏਗਾ। ਹਾਂਜੀ, ਦਾਰਨ ਕੇਹਰ ਕੋ ਕਿਮ ਛੇਰੈ। ਤੂੰ ਬੱਬਰ ਸ਼ੇਰ ਨੂੰ ਸੁੱਤੇ ਪਏ ਨੂੰ ਕਿਉਂ ਜਗਾਨਾ?
ਹਾਂਜੀ ਹਤਨ ਹਾਰ ਗਜਰਾਜ ਬਡੇਰਾ। ਆ ਤੈਨੂੰ ਪਤਾ ਨਹੀਂ ਬੱਬਰ ਸ਼ੇਰ ਹਾਥੀਆਂ ਨੂੰ ਵੀ ਖਾ ਜਾਂਦਾ, ਤੇ ਤੇਰੇ ਵਰਗੇ ਹਾਥੀ ਤੇ ਬੜੇ ਅਸੀਂ ਚੱਬ ਕੇ, ਤੂੰ ਤੇ ਹੈ ਹੀ ਹਾਥੀ ਨਹੀਂ, ਸਾਡੇ ਵਾਸਤੇ ਤੇ ਝੋਟਾ ਵੀ ਨਹੀਂ ਤੂੰ। ਅਸੀਂ ਤੇ ਉਹ ਜਿਹੜਾ ਹਾਥੀ ਲਈ ਫਿਰਦਾ ਸ਼ਾਹਜਹਾਨ ਮਾਰੇ ਉਹਦੇ ਇਸ਼ਾਰਾ ਕਰ ਰਹੇ, ਕਹਿੰਦੇ ਉਹਨੂੰ ਵੀ ਅਸੀਂ ਪਟਕਾ ਸਕਦੇ ਹਾਂ, ਤੂੰ ਕਿਉਂ ਇਸ ਚੱਕਰ 'ਚ ਫਿਰਦਾ ਹੈ? ਕਿਆ ਤੂੰ ਅਹੈ ਕੋ ਰੰਗ ਮਨਿੰਦ। ਤੂੰ ਤਾਂ ਹਿਰਨ ਵੀ ਨਹੀਂ ਸਾਡੇ ਸਾਹਮਣੇ, ਸ਼ੇਰ ਦੇ ਸਾਹਮਣੇ ਹਿਰਨ ਜਿੰਨੀ ਵੀ ਔਕਾਤ ਨਹੀਂ ਤੇਰੀ। ਹਾਂਜੀ ਗਰਜਨ ਸੁਨਤ ਪਲਾਵ ਹੈ ਬ੍ਰਿੰਦ। ਉਹ ਜਦੋਂ ਸ਼ੇਰ ਗਰਜੇਗਾ ਨਾ ਤੇ ਹਿਰਨ ਦੌੜ ਜਾਂਦੇ ਆ। ਹਾਂਜੀ ਗ੍ਰਹਿ ਗਰਤ ਕਿਉ ਜਾਨ ਅਗਾਰੀ। ਕਿਉਂ ਸਾਹਮਣੇ ਟੋਆ ਵੇਖ ਕੇ ਡਿੱਗਦਾ ਟੋਏ ਵਿੱਚ? ਜਹ ਤੇ ਕੋਈ ਨਾ ਸਕੈ ਉਕ ਉਬਾਰੀ। ਇਸ ਟੋਏ 'ਚ ਤੈਨੂੰ ਕੋਈ ਕੱਢ ਨਹੀਂ ਸਕੇਗਾ, ਕੋਈ ਬਚਾ ਨਹੀਂ ਸਕੇਗਾ। ਭਗਵਾਨ ਦਾਸ ਚਲਾ ਜਾ, ਅਵਨੀ ਪਰੀ ਰਹਿ ਸਭ ਇਹਾਂ। ਇਹ ਧਰਤੀ ਇੱਥੇ ਹੀ ਪਈ ਰਹਿਣੀ ਹੈ, ਤੂੰ ਖੋਜੋ ਪੀ ਪਾਏ ਨਾ ਕਹਾਂ। ਤੂੰ ਲੱਭਿਆ ਵੀ ਨਹੀਂ ਲੱਭਣਾ। ਜਿਸ ਕੋ ਬਲ ਰਖ ਹੈ ਮਤ ਮੰਦੇ। ਉਹ ਜਿਹੜਾ ਤੂੰ ਮੂਰਖਾ ਹੰਕਾਰ ਕਰਦਾ ਸ਼ਾਹਜਹਾਨ ਦਾ, ਸੋ ਇਸ ਥਲ ਤੇ ਦੂਰ ਬਿਲੰਦੇ। ਉਹ ਬੜੀ ਦੂਰ ਹੈ, ਪਤਾ ਨਹੀਂ ਦਿੱਲੀ ਹੈ ਕਿ ਉਹ ਪਤਾ ਨਹੀਂ ਲਾਹੌਰ ਹੈ। ਉਹ ਤਾਂ ਪਰਸੋਂ ਆਵੇਗਾ, ਚੌਥੇ ਆਵੇਗਾ। ਇੱਥੇ ਤਾਂ ਮਿੰਟ 2 ਲੱਗਣੇ, ਤੇਰਾ ਕੰਮ ਹੋ ਜਾਣਾ। ਹਾਂਜੀ ਜੇਕਰ ਸੋ ਭੀ ਆਨ ਬਚਾਵੈ। ਜੇ ਉਹ ਆ ਵੀ ਜਾਵੇ ਤੈਨੂੰ ਬਚਾਉਣ ਵਾਸਤੇ, ਤੋਹੇ ਸੰਗ ਹਮ ਤਿਸ ਕੋ ਕਹਾਵੈ। ਉਹਨੂੰ ਵੀ ਨਾਲ ਹੀ ਝਟਕ ਦਿਆਂਗੇ। ਆਖੋ ਸਤਿਨਾਮ ਸ੍ਰੀ। ਤੂੰ ਤੇ ਉਹ ਤੈਨੂੰ ਤੇ ਕੀ ਬਚਾਏਗਾ, ਉਹ ਆਪਣਾ ਆਪ ਵੀ ਬਚਾ ਲੇ, ਇੰਨੀ ਵੀ ਬੜੀ ਨਿਆਮਤ ਵਾਲੀ ਗੱਲ ਹੈ। ਹਾਂਜੀ ਕਿਤ ਭੂਲਿਓ ਬੋਲਤ ਕੂੜਿਆਰੇ। ਓਏ ਮੂਰਖਾ, ਕਿਹੜੇ ਭੁਲੇਖੇ 'ਚ ਬੋਲਦਾ ਹੈ ਤੂੰ? ਗਮਨਹੁ ਘਰ ਲਿਹੁ ਪ੍ਰਾਨ ਉਬਾਰੇ। ਜਾ ਆਪਣੇ ਘਰ ਜਾ, ਆਪਣੀ ਜਾਨ ਬਚਾ ਲੈ। ਇਮ ਸਤਿਗੁਰ ਸਮਝਾਵਤ ਸਿਆਣੇ। ਇਸ ਤਰ੍ਹਾਂ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਸਿਆਣਿਆਂ ਤਰ੍ਹਾਂ ਸਮਝਾ ਰਹੇ, ਸਿਆਣਿਆਂ ਤਰ੍ਹਾਂ। ਹਾਂਜੀ ਛਿਮਾ ਧਰੀ ਹੋਏ ਨਾ ਕਿਮਹਾਨੇ। ਤੇ ਮਾਫ ਕਰ ਰਹੇ ਵੀ ਨਾ ਮਾਰਿਆ ਜੇ ਸਾਡੇ ਕੋਲੋਂ, ਇਹ ਐਵੇਂ ਹੀ ਮਰਿਆ ਸੱਪ ਗਲ 'ਚ ਕਿਉਂ ਪਾਈਏ? ਬਾਰੇ ਕਹਿੰਦੇ ਉਹ ਜੀ ਚਪੇੜ ਨਾਲ ਮਰ ਜਾਣਾ ਸੀ ਉਹਨੇ, ਕਿਉਂਕਿ ਉਹ 60-70 ਸਾਲਾਂ ਦਾ ਹੋਇਆ ਪਿਆ ਸੀ, ਗੋਗੜ ਜੀ ਛੱਡੀ ਸੀ, ਤੇ ਪਿੰਡਾ ਸਾਰਾ ਹੋਰ ਤਰ੍ਹਾਂ ਦਾ ਹੀ ਬੇਥਵਾ ਜਿਹਾ ਸੀ। ਸਿਰ 'ਤੇ ਕੁੱਲੇ ਵਾਲੀ ਪੱਗ ਬੰਨੀ ਹੋਈ, ਉਹ ਜਿਵੇਂ ਲਾਲੇ ਜਿਹੇ ਹੁੰਦੇ ਆ, ਧੋਤੀ ਜੀ ਢਿੱਲੜ ਜੀ ਬੰਨੀ ਹੋਈ, ਤੇ ਉਹ ਬਾਰੇ ਕਹਿੰਦੇ ਐਵੇਂ ਬਿਨਾਂ ਮਤਲਬ ਤੈਨੂੰ ਮਾਰੀ ਕੀ ਲੈਣਾ? ਸਮਝਾਉਂਦੇ ਸੀ ਵੀ ਨਾ ਮਰੇ ਸਾਡੇ ਕੋਲ। ਤੋ ਮੂੜ ਕੀ ਮ੍ਰਿਤ ਨਿਰਾਈ। ਪਰ ਕਹਿੰਦੇ ਮੂਰਖ ਦੀ ਮੌਤ ਨੇੜੇ ਆਈ ਹੋਈ ਸੀ। ਨਹਿ ਸਮਝਿਓ ਮਤ ਦੇਵ ਭੁਲਾਈ। ਕਹਿੰਦੇ ਪ੍ਰਮਾਤਮਾ ਨੇ ਬੁੱਧੀ ਭ੍ਰਿਸ਼ਟ ਕਰ ਦਿੱਤੀ, ਸਮਝਿਆ ਨਹੀਂ, ਬੋਲਣੋਂ ਹਟਿਆ ਹੀ ਨਹੀਂ। ਮਹਾਰਾਜ ਸਾਰਾ ਕੁਝ ਸਹਿ ਗਏ, ਪਰ ਜਦੋਂ ਭਗਵਾਨ ਦਾਸ ਨੇ ਕਿਹਾ ਕਿ ਤੇਰੇ ਪਿਓ ਨੂੰ ਵੀ ਤੇ ਤੱਤੀਆਂ ਤਵੀਆਂ ਤੇ ਬਹਾ ਕੇ ਅਸੀਂ ਮਾਰਿਆ ਸੀਗਾ, ਅਸੀਂ ਉਹਨੂੰ ਤੱਤੇ ਰੇਤੇ ਨਾਲ ਸਾੜਿਆ ਸੀਗਾ, ਫਿਰ ਮਹਾਰਾਜ ਸੱਚੇ ਪਾਤਸ਼ਾਹ ਜਾਹੋ ਜਲਾਲ 'ਚ ਆ ਗਏ। ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਬਿਧੀ ਚੰਦ ਭਾਈ ਜੇਠੇ ਨੂੰ ਇਸ਼ਾਰਾ ਕੀਤਾ ਵੀ ਹੁਣ ਨਹੀਂ ਜਾਣਾ ਚਾਹੀਦਾ। ਫਿਰ ਕੀ ਹਾਲ ਹੋਇਆ, ਕਿਵੇਂ ਮਾਰਿਆ, ਕਿਵੇਂ ਦਰਿਆ 'ਚ ਰੋੜਿਆ, ਉਹ ਕੱਲ੍ਹ ਨੂੰ ਆਪਾਂ ਕਥਾ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ।